ਕੋਟ ਪਰਾਦੀ ਤਰਿਆ ਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਵਾਸ ਨਾ ਭਰਿਆ ਰੇ। ਸੋਏ ਸੁਣੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ। ਪੰਦ ਜਲੰਦੜੀ ਮੇਰਾ ਅੰਦਰ ਠੰਡਾ, ਗੁਰ ਦਰਸ਼ਨ ਦੇਖ ਨਿਹਾਲੀ। ਬਦ ਬਖਤ ਹਮ ਚੋ ਬਖੀਲ ਗਾਫਿਲ, ਬੇਨਜ਼ਰ ਬੇਬਾਕ। ਨਾਨਕ ਬਗੋਇਦ ਜਨ ਤੁਰਾ, ਤੇਰੇ ਚੱਕਰਾਂ ਪਾਖਾਕ। ਵਾਹਿਗੁਰੂ ਸਾਹਿਬ ਜੀਓ, ਆਸਾੜ ਤਪੰਦਾ ਤਿਸ ਲੱਗੈ, ਹਰ ਨਾਮ ਨ ਜਿਨਾ ਪਾਸ। ਜਗ ਜੀਵਨ ਪੁਰਖ ਤਿਆਗ ਕੈ, ਮਾਨਸ ਸੰਧੀ ਆਸ। ਆਸਾੜ ਤਪੰਦਾ ਤਿਸ ਲੱਗੈ, ਹਰ ਨਾਮ ਨ ਜਿਨਾ ਪਾਸ। ਜਗ ਜੀਵਨ ਪੁਰਖ ਤਿਆਗ ਕੈ, ਮਾਨਸ ਸੰਧੀ ਆਸ। ਦੁਇ ਭਾਏ ਵਿਗੁਚੀਐ, ਗਲ ਪਈ ਸੋ ਜਮ ਕੀ ਫਾਸ। ਜਿਹਾ ਬੀਜੈ ਸੋ ਲੁਣੈ, ਮੱਥੈ ਜੋ ਲਿਖਿਆਸ। ਰੈਣ ਵਿਹਾਣੀ ਪਛਤਾਣੀ, ਉਠ ਚਲੀ ਗਈ ਨਿਰਾਸ। ਜਿਨ ਕੋ ਸਾਧੂ ਭੇਟੀਐ, ਸੋ ਦਰਗਹਿ ਹੋਏ ਖਲਾਸ। ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਆਸਾੜ ਸੁਹੰਦਾ ਤਿਸ ਲੱਗੈ, ਜਿਸ ਮਨ ਹਰ ਚਰਨ ਨਿਵਾਸ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਆਸਾੜ ਸੁਹੰਦਾ ਤਿਸ ਲੱਗੈ, ਜਿਸ ਮਨ ਹਰ ਚਰਨ ਨਿਵਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ
जुगो जुग अटल चवर छत्र तख्त दे मालक ज्ञान दे मुजस्मे सर्व सांझी वालता दे रहबर पतित पावन भगत वशल करना निधान हलत पलत दे रक्षक गुरु गरीब निवाज सतगुरु गुरता गद्दी दे तख्त ते सुभाए मान सर्व कला भरपूर सतगुरु धन 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 श्री गुरु ग्रंथ साहिब सच्चे पातशाह महाराज जियां दी पावन पवित्र हजूरी अंदर सुभाए मान गुरु प्यारे सतसंगी जनों आप जी वड भागी हो सतगुरु जी दे पावन चरना कमलों अंदर जुड़ बैठ के गुरु घर दे कीर्तनिया पासों अमृत गुरबाणी श्री आसा की वार दे शब्द कीर्तन सरवण कर रहे सी। निता प्रति लड़ीवार गुर शब्द विचार सरवण करते हो। कल जो दिन बतीत होया पंचम पातशाह शहीदां दे सरताज धन श्री गुरु अर्जन देव साहब पातशाह जियां दा शहीदी दिहाड़ा मनाया गया। अज हाड़ दे महीने दी संगरांद दा दिहाड़ा है। जेठ दे महीने दी संपूर्णता हुंदी है। असाड़ तो भाव विद्वानां ने जदों अर्थ कीते हन साड़ तो भाव है सड़न तपश गर्मी आ तो भाव है आ रही है। हर पास्यों गर्मी पैदा होनी हर पास्यों लू वगनी तपश पैदा होनी जिथे भी जावे तपश गर्मी पैदा होंदी है। हुण गर्मी तपश किन्ने प्रकार दी किहड़ी गर्मी तपश दी गल कीती है उस दा जिक्र गुरु साहिब जियां ने धन गुरु अर्जन देव साहिब सच्चे पातशाह ने इस पावन पौड़ी अंदर कीता है। जो 2 महीने जिहड़े पूरी गर्मी पैंदी है एक जेठ दा महीना ते एक हाड़ दा महीना। इस हाड़ दे महीने द्वारा गुरु साहिब जी कहंदे ओदा अंदर तपदा रहेगा ओनू किते भी चैन नहीं आ सकदी जिन्हों हरि परमात्मा दा नाम विसर गया है भुल गया है। बाहरली तपश दा बंदा दूर कर लेगा ठंडे इलाके विच जाके एसी ला के जां पानी दा आद इस तरह के पखे कूलर चला के बंदा बाहरली गर्मी तो दूर कर लेगा तपश पर एक मारे कहंदे अंदर दी तपश है जिहड़ी वो ना तो एसियां नाल ना तो बर्फीले इलाकों में जाण नाल दूर होनी है। उसका जिक्र गुरु साहिब जियां ने अज कीता है। आओ इस पावन पौड़ी की विचार आरंभ करन तो पहला आप जितने भी गुरु चरना अंदर उपस्थित हो सारे ही आशीष बख्शिश करो उच्चारण करो जी। सतनाम श्री वाहे गुरु साहिब जीओ। सतनाम श्री वाहे गुरु साहिब जीओ।
ਅਸਾੜ ਤਪੰਦਾ ਤਿਸ ਲੱਗੈ। ਅਸਾੜ ਦਾ ਮਹੀਨਾ ਮਾਰੇ ਕਹਿੰਦੇ ਉਹਨਾਂ ਲਈ ਤਪਸ਼ ਭਰਿਆ ਹੈ। ਹਰ ਨਾਹੁ ਨਾ ਜਿਨ੍ਹਾਂ ਪਾਸ, ਜਿਨ੍ਹਾਂ ਕੋਲ ਹਰੀ ਦਾ ਨਾਮ ਨਹੀਂ ਜਿਹੜਾ। ਗੁਰੂ ਸਾਹਿਬ ਜੀ ਕਹਿੰਦੇ ਉਹ ਅਸਾੜ ਦੇ ਮਹੀਨੇ ਵਿੱਚ ਵੀ ਤੜਫਦੇ ਪਏ ਹਨ, ਤਪਸ਼ ਦੇ ਨਾਲ ਭਰੇ ਹੋਏ ਨੇ। ਜਿੱਥੇ ਅੱਗ ਗਿਣੀ ਗਈ ਹੈ, ਅੱਗ ਕਈ ਪ੍ਰਕਾਰ ਦੀ ਹੈ, ਹਵਾ ਵੀ ਕਈ ਤਰ੍ਹਾਂ ਦੀ ਹੈ। ਕੇਤੇ ਪਵਨ ਪਾਣੀ ਬਹਿ ਸੰਤਰ, ਬਹਿ ਸੰਤਰ ਕਹਿੰਦੇ ਅੱਗ ਨੂੰ। ਪਾਣੀ ਕਈ ਪ੍ਰਕਾਰ ਦਾ ਹੈ, ਹਵਾ ਕਈ ਤਰ੍ਹਾਂ ਦੀ ਹੈ। ਅੱਗ ਜਿਹੜੀ ਹੈ, ਇੱਕ ਤਾਂ ਆਪਾਂ ਘਰਾਂ ਵਿੱਚ ਬਾਲਦੇ ਹਾਂ, ਈਂਧਣ ਦੀ, ਬਲ ਦੀ। ਇੱਕ ਅੱਗ ਹੈ ਜੰਗਲ ਦੀ ਅੱਗ, ਉਹਨੂੰ ਕਿਹਾ ਗਿਆ ਹੈ ਦਾਵਾ ਅਗਨ। ਇੱਕ ਸਮੁੰਦਰ ਦੇ ਵਿੱਚੋਂ ਅੱਗ ਪੈਦਾ ਹੁੰਦੀ ਹੈ, ਉਹਨੂੰ ਬੜਵਾ ਅਗਨ ਕਿਹਾ ਗਿਆ। ਅੱਗ ਕਈ ਪ੍ਰਕਾਰ ਦੀ ਹੈ, ਪਰ ਇੱਕ ਅੱਗ ਦਾ ਜ਼ਿਕਰ ਨਾ ਗੁਰੂ ਸਾਹਿਬ ਜੀ ਕਰਦੇ ਹਨ। ਮਾਰੇ ਕਹਿੰਦੇ ਉਹ ਅੱਗ ਸਾਰਿਆਂ ਦੇ ਅੰਦਰ ਪੈਦਾ ਹੁੰਦੀ। ਇੱਕ ਅੱਗ ਹੈ ਜਠਰ ਅਗਨ, ਜਿਹਨੂੰ ਪੇਟ ਦੀ ਅਗਨ ਕਿਹਾ ਜਾਂਦਾ ਹੈ। ਤੇ ਇੱਕ ਅੱਗ ਹੈ ਜਿਹੜੀ ਗੁਰੂ ਸਾਹਿਬ ਜੀ ਕਹਿੰਦੇ ਉਹ ਅੱਗ ਸ਼ਾਂਤ ਹੋਏਗੀ ਹਰੀ ਦੇ ਨਾਮ ਨਾਲ, ਨਹੀਂ ਤੇ ਉਹ ਅੱਗ ਨਹੀਂ ਸ਼ਾਂਤ, ਉਹ ਹਰ ਇੱਕ ਦੇ ਅੰਦਰ ਬਲਦੀ ਹੈ। ਜਿੱਦਾਂ ਤਪਸ਼ ਦੀ ਗੱਲ ਕੀਤੀ ਹੈ ਨਾ, ਤਪਸ਼ ਕੀ ਅੱਗ ਕੀ ਹੈ, ਉਹ ਕਿਹੜੀ ਅੱਗ ਹੈ? ਮਾਰੇ ਕਹਿੰਦੇ ਹੰਸ ਹੇਤ ਲੋਭ ਕੋਪ। ਇੱਥੇ ਘਰ ਦੀ ਅੱਗ ਦੀ ਗੱਲ ਨਹੀਂ ਕੀਤੀ, ਉਹ ਤਾਂ ਬੁਝਾ ਲਾਂਗੇ, ਜੰਗਲ ਦੀ ਅੱਗ ਬੁਝ ਜਾਏਗੀ। ਬਾਹਰ ਦੀ ਅੱਗ ਨਹੀਂ ਮਾਰੇ ਨੇ ਇੱਥੇ ਗੱਲ ਕੀਤੀ। ਸਤਿਗੁਰੂ ਜੀ ਕਹਿੰਦੇ ਅੱਗਾਂ ਬਲਦੀਆਂ ਪਈਆਂ ਨੇ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ। ਹੰਸ ਕਹਿੰਦੇ ਨੇ ਹਿੰਸਾ ਦੀ, ਨਿਰਦਇਤਾ ਦੀ, ਜਿਹਦੇ ਅੰਦਰ ਦਇਆ ਰੱਤਾ ਮਾਤਰ ਵੀ ਨਾ ਹੋਵੇ। ਹੰਸ ਹੇਤ, ਹੇਤ ਮੋਹ ਦੀ ਅੱਗ। ਮਾਰੇ ਕਹਿੰਦੇ ਮੋਹ ਦੀ ਅੱਗ ਵੀ ਬੜੀ ਪ੍ਰਚੰਡ ਹੈ, ਇਹਦੇ ਵਿੱਚ ਵੀ ਜੀਵ ਸੜਦਾ ਪਿਆ ਹੈ। ਹੰਸ ਹੇਤ ਲੋਭ, ਕਿਹਨਾਂ ਲਈ ਤੜਫਦਾ? ਅਸਾੜ ਦਾ ਮਹੀਨਾ ਕਿਹਨਾਂ ਲਈ ਤਪਸ਼ ਭਰਿਆ ਹੈ? ਉਹ ਤਾਂ ਤਪਸ਼ ਭਰਿਆ, ਮਾਰੇ ਕਹਿੰਦੇ ਅੱਗਾਂ ਬਲਦੀਆਂ ਪਈਆਂ ਨੇ। ਹੰਸ ਹੇਤ ਲੋਭ ਕੋਪ, ਲਾਲਚ ਤੇ ਕੋਪ, ਕ੍ਰੋਧ ਗੁੱਸਾ। ਕ੍ਰੋਧ ਦੀ ਅੱਗ ਵੀ ਇੱਕ ਬੜੀ ਪ੍ਰਚੰਡ ਹੋਈ ਹੈ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਪਵਹਿ ਦੱਜਹਿ ਨਾਨਕਾ ਤਰੀਐ ਕਰਮੀ ਲੱਗ। ਸਤਿਗੁਰੂ ਜੀ ਕਹਿੰਦੇ ਜਿਹੜੇ ਇਹਨਾਂ ਅੱਗਾਂ ਵਿੱਚ ਪੈ ਗਏ ਉਹ ਤਾਂ ਸੜ ਗਏ। ਉਹ ਭਾਵੇਂ ਏਸੀ ਲਾ ਕੇ ਬੈਠੇ ਨੇ, ਜੇ ਅੰਦਰ ਹਿੰਸਾ ਹੈ, ਜੇ ਅੰਦਰ ਮੋਹ ਭਰਿਆ ਹੋਇਆ, ਲਾਲਚ ਭਰਿਆ, ਕ੍ਰੋਧ ਭਰਿਆ, ਭਾਵੇਂ ਏਸੀ ਲਾ ਕੇ ਬੈਠਾ, ਭਾਵੇਂ ਹਿਮਾਲਿਆ ਤੇ ਚਲਾ ਜਾਵੇ, ਭਾਵੇਂ ਨਦੀਆਂ ਦੇ ਕੰਢੇ ਤੇ ਘਰ ਬਣਾ ਲਵੇ, ਸਤਿਗੁਰੂ ਜੀ ਕਹਿੰਦੇ ਤੜਫਦਾ ਫਿਰ ਵੀ ਪਿਆ ਹੈ, ਜੇ ਇਹ ਅੱਗਾਂ ਉਹਦੇ ਅੰਦਰ ਬਲਦੀਆਂ ਪਈਆਂ ਨੇ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਪਵਹਿ ਦੱਜਹਿ ਨਾਨਕਾ ਤਰੀਐ ਕਰਮੀ ਲੱਗ। ਮਾਰੇ ਕਹਿੰਦੇ ਭਾਵੇਂ ਕਿੰਨੇ ਹੀ ਠੰਡੇ ਪਦਾਰਥ ਵਰਤੀ ਚੱਲੇ। ਸਤਿਗੁਰੂ ਜੀ ਦਾ ਵਚਨ ਪੜ੍ਹਦੇ ਹਾਂ, ਉੱਥੇ ਮਹਾਰਾਜ ਨੇ ਜ਼ਿਕਰ ਕੀਤਾ ਹੈ। ਸਾਹਿਬ ਜੀ ਕਹਿੰਦੇ ਨਹਿ ਸੀਤਲੰ ਚੰਦਰ ਦੇਵੈ। ਸੀਤਲੰ ਜਿਹੜੀ ਹੈ ਠੰਡ, ਚੰਦਰਮਾ। ਬਾਹਰੋਂ ਬੰਦਾ ਆਵੇ ਤੇ ਕਿਤੇ ਰਾਤ ਨੂੰ ਚੰਦਰਮਾ ਦੀਆਂ ਕਿਰਨਾਂ ਵਿੱਚ ਬੈਠਾ ਹੋਵੇ ਤੇ ਬੜਾ ਕਹਿੰਦੇ ਠੰਡਕ ਮਹਿਸੂਸ ਕਰਦਾ ਹੈ। ਚੰਦਰਮਾ ਨੂੰ ਠੰਡਾ ਮੰਨਿਆ ਗਿਆ।
ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਪਰ ਨਹੀਂ ਭਾਈ, ਉਹ ਅੰਦਰ ਨੂੰ ਚੰਦਰਮਾ ਬਾਹਰੋਂ ਸਰੀਰ ਨੂੰ ਠੰਡ ਦੇ ਸਕਦਾ ਪਰ ਅੰਦਰ ਤੱਕ ਠੰਡ ਨਹੀਂ ਪਹੁੰਚਾ ਸਕਦਾ। ਨਹਿ ਸੀਤਲੰ ਚੰਦਰ ਦੇਵੈ ਨਹਿ ਸੀਤਲੰ 52 ਚੰਦਨ ਹੈ। 52 ਉਂਗਲਾਂ ਵਾਲਾ ਚੰਦਨ ਮੰਨਿਆ ਗਿਆ। ਉਹਨੂੰ ਕਿਤੇ ਮੱਥੇ ਤੇ ਘਸਾਈਏ ਤੇ ਕਹਿੰਦੇ ਬੜਾ ਹੀ ਠੰਡਾ ਜਿਹੜਾ ਹੈ ਚੰਦਨ ਉਹ ਮੰਨਿਆ ਜਾਂਦਾ ਹੈ। ਇਸੇ ਲਈ ਜਿਹੜੇ ਸੱਪ ਹੁੰਦੇ ਨਾ, ਸੱਪ ਚੰਦਨ ਦੇ ਨਾਲ ਲਪੇਟੇ ਮਾਰ ਲੈਂਦੇ ਕਿਉਂਕਿ ਉਹ ਆਪਣੀ ਜ਼ਹਿਰ ਤੋਂ ਤੜਫਦੇ ਹੁੰਦੇ। ਤੇ ਜਦੋਂ ਕਿਤੇ ਕੇਰਲਾ ਦੇ ਇਲਾਕੇ ਦੇ ਵਿੱਚ ਵੀ ਇੱਧਰ ਉਹ ਚੰਦਨ ਦੀ ਜਦੋਂ ਕਟਾਈ ਕਰਦੇ ਨੇ ਤੇ ਪਹਿਲਾਂ ਮੋਰ ਛੱਡਦੇ ਨੇ। ਮੋਰ ਸੱਪ ਨੂੰ ਖਾ ਜਾਂਦਾ ਹੈ ਕਿਉਂਕਿ ਮੋਰ ਦੀ ਬਣਾਵਟ ਐਸੀ ਹੈ, ਸੱਪ ਦਾ ਵੱਸ ਨਹੀਂ ਚੱਲਦਾ ਵੀ ਕਿੱਥੇ ਡੰਗ ਮਾਰਾਂ। ਮੋਰ ਛੱਡਦੇ ਨੇ ਕਿਉਂਕਿ ਸੱਪਾਂ ਨੇ ਚੰਦਨ ਨੂੰ ਲਪੇਟੇ ਮਾਰੇ ਹੁੰਦੇ ਨੇ। ਉਹ ਠੰਡਾ ਇੰਨਾ ਹੁੰਦਾ ਹੈ ਚੰਦਨ। ਪਰ ਗੁਰੂ ਸਾਹਿਬ ਜੀ ਕਹਿੰਦੇ ਭਾਈ ਚੰਦਨ ਵੀ ਇੰਨੀ ਠੰਡਕ ਅੰਦਰ ਨੂੰ ਠੰਡ ਨਹੀਂ ਦੇ ਸਕਦਾ। ਬਾਹਰ ਭਾਵੇਂ ਸਰੀਰ ਦੀ ਠੰਡ ਹੋਵੇ, ਸਰੀਰ ਨੂੰ ਠੰਡਾ ਕਰੇ, ਪਰ ਅੰਦਰ ਨੂੰ ਠੰਡਾ ਚੰਦਨ ਵੀ ਨਹੀਂ ਕਰ ਸਕਦਾ। ਨਹਿ ਸੀਤਲੰ ਚੰਦਰ ਦੇਵੈ ਨਹਿ ਸੀਤਲੰ 52 ਚੰਦਨ ਨਹਿ ਸੀਤਲੰ ਸੀਤ ਰੁਤੇਨ। ਸੀਤ ਸਰਦੀ ਦੀ ਰੁੱਤ, ਸਰਦੀ ਦੀ ਰੁੱਤ ਇੰਨੀ ਠੰਡੀ ਹੈ ਕਿ ਜਿਸ ਠੰਡ ਤੋਂ ਬਚਣ ਦੇ ਲਈ ਗਰਮ ਕੱਪੜੇ ਪਾਉਂਦਾ ਹੈ ਵੀ ਕਿਤੇ ਠੰਡ ਨਾ ਲੱਗ ਜਾਵੇ, ਕਿਉਂਕਿ ਸਰਦੀ ਦੀ ਰੁੱਤ ਠੰਡੀ ਮੰਨੀ ਗਈ ਹੈ। ਸਤਿਗੁਰ ਜੀ ਕਹਿੰਦੇ ਸਰਦੀ ਦੀ ਰੁੱਤ ਵੀ ਉਹਦੇ ਅੰਦਰ ਨੂੰ ਠੰਡਾ ਨਹੀਂ ਕਰ ਸਕਦੀ। ਨਹਿ ਸੀਤਲੰ ਚੰਦਰ ਦੇਵੈ ਨਹਿ ਸੀਤਲੰ 52 ਚੰਦਨੈ ਨਹਿ ਸੀਤਲੰ ਸੀਤ ਰੁਤੇਣ ਨਾਨਕ ਸੀਤਲੰ ਸਾਧ ਸਵਜਨ ਹੈ। ਮਾਰੇ ਕਹਿੰਦੇ ਅੰਦਰ ਨੂੰ ਠੰਡਾ ਕਰਨਾ ਹੈ ਤੇ ਸਤ ਸੰਗਤ ਕਰਨੀ ਪਏਗੀ। ਸਤ ਸੰਗਤ ਕਰ, ਨਾਮ ਦੀ ਆਰਾਧਨਾ ਕਰ ਜਿਹੜਾ ਤੇਰੇ ਅੰਦਰ ਨੂੰ ਠੰਡਾ ਕਰੇ। ਆਪਾਂ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਮਨਾਇਆ ਹੈ। ਹੁਣ ਬਾਹਰੋਂ ਬੈਰੀਆਂ ਨੇ, ਜ਼ਾਲਮਾਂ ਨੇ ਹਰ ਜ਼ੋਰ ਲਾਇਆ ਤਪਾਉਣ ਦਾ। ਤਤੀ ਤਵੀ ਕੀ ਰੇਤ ਕੀ ਉਹ ਵੀ ਗਰਮ, ਉਬਲਦਾ ਦੇਗਾ ਜਿੱਥੇ ਪਾਣੀ ਉਬਾਲਿਆ, ਉਸ ਉਬਲਦੇ ਪਾਣੀ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਬੈਠ ਗਏ। ਪਰ ਇੱਕ ਸੀ ਵੀ ਮਹਾਰਾਜ ਸ਼ਾਂਤ ਬੈਠੇ ਨੇ, ਟਿਕਾ ਵਿੱਚ ਬੈਠੇ ਹਨ। ਉਹ ਹੈਰਾਨ ਹਨ ਵੀ ਇੰਨੀ ਤਪਸ਼, ਇੰਨੀ ਗਰਮੀ, ਇੰਨੀ ਤਪਦੀ ਰੇਤ, ਤਪਦੀ ਤਵੀ, ਤਪਦਾ ਪਾਣੀ, ਪਰ ਗੁਰੂ ਅਰਜਨ ਦੇਵ ਸਾਹਿਬ ਜੀਆਂ ਨੂੰ ਫਿਰ ਵੀ ਕੋਈ ਫਰਕ ਨਹੀਂ। ਸਰੀਰ ਭਾਵੇਂ ਚਮੜੀ ਜਿਹੜਾ ਮਾਸ ਹੈ ਨਾ ਉਹ ਸੜ ਰਿਹਾ ਹੈ, ਛਾਲੇ ਪੈ ਚੁੱਕੇ ਹਨ, ਪਰ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਫਿਰ ਵੀ ਸ਼ਾਂਤ ਹਨ। ਤਪਸ਼ ਮਾਰੇ ਕਹਿੰਦੇ ਬਾਹਰੋਂ ਜਿਹੜਾ ਸਰੀਰ ਇੱਕ ਹੁੰਦਾ ਹੈ ਵੀ ਜਿਹੜੀ ਬਾਹਰਲੀ ਤਪਸ਼ ਹੈ ਨਾ, ਸਰੀਰ ਉਸ ਨੂੰ ਪ੍ਰਵਾਨ ਕਰਦਾ ਹੈ। ਦੋ ਚੀਜ਼ਾਂ ਹਨ। ਅੱਜ ਦੇ ਇਸ ਪਾਵਨ ਜੋ ਸ਼ਬਦ ਹੈ ਪੌੜੀ, ਇਹਦੇ ਵਿੱਚ ਜ਼ਿਕਰ ਆਏਗਾ। ਦੀਵਾ ਜਿਹੜਾ ਹੈ ਨਾ, ਦੀਵੇ ਨੂੰ ਜਿਹੜੀ ਬਣਾਵਟ ਹੈ ਦੀਵੇ ਦੀ, ਇੱਕ ਮਿੱਟੀ ਨੂੰ ਅੱਗ ਦੇ ਵਿੱਚ ਤਪਾਇਆ ਗਿਆ, ਦੀਵੇ ਦੀ ਬਣਾਵਟ ਬਣੀ। ਤੇ ਦੋ ਚੀਜ਼ਾਂ ਵੱਲ ਦੀਵਾ ਖਿੱਚ ਕਰਦਾ ਹੈ। ਇੱਕ ਦੀਵੇ ਨੂੰ ਜੇ ਟੁੱਟ ਗਿਆ ਤੇ ਕਹਿੰਦੇ ਉਹਨੇ ਮਿੱਟੀ ਵਿੱਚ ਮਿਲ ਜਾਣਾ, ਕਿਉਂਕਿ ਮਿੱਟੀ ਤੋਂ ਪੈਦਾ ਹੋਇਆ। ਪਰ ਦੀਵੇ ਨੂੰ ਜਦੋਂ ਬਾਲੋਗੇ, ਅੱਗ ਬਲੇਗੀ, ਉਹ ਤਾਂ ਨੂੰ ਜਾਏਗੀ।
अग जिहड़ी है, क्योंकि अग जिहड़ी है सूरज करके है, ते कहंदे मिट्टी जिहड़ी है वो धरती करके है। ये दो कारण ने मारे कहंदे, एक है बंदा परमात्मा वल जांदा है, आत्मा जिहड़ी है जिहदी परमात्मा वल जांदी है, पर एक है जिहदा शरीर रसां विच पिया होया माड़े पासे जाना करदा है। हुण जिहड़ा शरीर दे रसां तक ही सीमित है, ਉਹਨੂੰ ਬਾਹਰਲੀ ਤਪਸ਼ ਵੀ ਭੈਭੀਤ ਕਰੇਗੀ। ਕਿਤੇ ਮਾੜਾ ਜਿਹਾ ਸੇਕ ਲੱਗਿਆ ਹੋਵੇ ਤੇ ਤੜਫ ਉੱਠੇਗਾ। ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਕਿਉਂ ਠੰਡੇ ਹਨ, ਉਹਨਾਂ ਨੂੰ ਕਿਉਂ ਨਹੀਂ ਤੱਤੀ ਤਵੀ ਵੀ ਅੰਦਰ ਨੂੰ ਕਲਪਾ ਸਕੀ। ਪ੍ਰੋਫੈਸਰ ਸਾਹਿਬ ਸਿੰਘ ਜੀ ਲਿਖਦੇ ਨੇ, ਉਹਨਾਂ ਨੇ ਕਿਹਾ, ਉਦਾਹਰਨਾਂ ਦਿੱਤੀਆਂ, ਕਹਿੰਦੇ ਭਗਤ ਪ੍ਰਹਿਲਾਦ ਜੀ ਦੀ ਤੇ ਇਬਰਾਹਿਮ ਦੀ। ਭਗਤ ਪ੍ਰਹਿਲਾਦ ਜੀ ਨੂੰ ਜਦੋਂ ਹਰਨਾਕਸ਼ ਨੇ ਕਿਹਾ ਵੀ ਥੰਬ ਪਕਾਇਆ ਗਿਆ, ਥੰਬ ਤੱਤਾ ਕੀਤਾ ਗਿਆ, ਜਦੋਂ ਤਪਾਇਆ ਗਿਆ ਤੇ ਕਿਹਾ ਵੀ ਜੇ ਤੂੰ ਕਹਿਣਾ ਪਰਮਾਤਮਾ ਹਰ ਥਾਂ ਤੇ ਹੈ ਤੇ ਇਸ ਥੰਬ ਨੂੰ ਫਿਰ ਪਾ ਜਫਾ। ਉੱਥੇ ਕਹਿੰਦੇ ਭਗਤ ਪ੍ਰਹਿਲਾਦ ਜੀ ਥੋੜਾ ਜਿਹਾ ਝਿਜਕੇ, ਤਪ ਦਾ ਲਾਲ ਕੀਤਾ ਥੰਬ। ਪਰ ਭਗਤ ਪ੍ਰਹਿਲਾਦ ਜੀ ਨੇ ਉੱਥੇ ਇੱਕ ਤਪਦੇ ਥੰਬ ਤੇ ਕੀੜੀ ਤੁਰਦੀ ਵੇਖੀ। ਪਿੰਡਾਂ ਵਿੱਚ ਨਗਰਾਂ ਵਿੱਚ ਇਹ ਆਮ ਪੜ੍ਹਿਆ ਜਾਂਦਾ ਸੀ, ਕੀੜੀ ਨਾ ਬਣਦੇ ਰਾਮਾ ਪ੍ਰਹਿਲਾਦ ਡੋਲ ਜਾਂਦਾ। ਭਗਤ ਪ੍ਰਹਿਲਾਦ ਜੀ ਕੀੜੀ ਤੁਰਦੀ ਵੇਖੀ, ਕਹਿੰਦੇ ਥੰਬ ਨੂੰ ਜੱਫਾ ਪਾਇਆ ਤੇ ਥੰਬ ਠੰਡਾ ਹੋ ਗਿਆ। ਇਬਰਾਹਿਮ ਦੇ ਲਈ ਕੋਲੇ, ਪੱਖ ਦੇ ਕੋਲੇ ਜਿਹੜੇ ਸਨ, ਉਹ ਤੇ ਤੁਰਨ ਲਈ ਕਿਹਾ ਗਿਆ ਤੇ ਇਬਰਾਹਿਮ ਦੇ ਮਨ ਚ ਆਇਆ ਹੈ, ਖੁਦਾ ਜੇ ਕਿਤੇ ਕੋਲੇ ਠੰਡੇ ਹੋ ਜਾਣ, ਮੈਨੂੰ ਇਹਨਾਂ ਕੋਲਿਆਂ ਤੇ ਤੁਰਨਾ ਪਏਗਾ। ਤੇ ਕਹਿੰਦੇ ਜਦੋਂ ਪੈਰ ਰੱਖਣ ਲੱਗੇ ਨਾ, ਉਹ ਪੱਖ ਦੇ ਕੋਲੇ ਵੀ ਫੁੱਲ ਬਣ ਗਏ, ਜਿਹੜੇ ਅੰਗਿਆਰ ਸਨ। ਪੱਖ ਦੇ ਕੋਲੇ ਵੀ ਫੁੱਲ ਪ੍ਰਤੀਤ ਹੋਏ। ਉਸ ਲਿਖਦੇ ਨੇ, ਕਹਿੰਦੇ ਭਗਤ ਪ੍ਰਹਿਲਾਦ ਇਬਰਾਹਿਮ ਉਹ ਪ੍ਰਵਾਨ ਹਨ, ਕਿਉਂਕਿ ਅੱਗ ਨੇ ਆਪਣਾ ਸੁਭਾਅ ਬਦਲ ਲਿਆ, ਤਪਸ਼ ਨੇ ਬਦਲ ਲਿਆ। ਪਰ ਗੁਰੂ ਅਰਜਨ ਦੇਵ ਸਾਹਿਬ ਜੀ ਸ਼ਹੀਦਾਂ ਦੇ ਸਰਤਾਜ ਇਸ ਲਈ ਹਨ, ਕਿਉਂਕਿ ਤਪ ਦੀ ਅੱਗ ਵੀ ਆਈ, ਅੱਗ ਵੀ ਸ਼ਾਂਤ ਨਾ ਹੋਈ। ਤਪ ਦੀ ਰੇਤ ਆਈ, ਉਹ ਵੀ ਸ਼ਾਂਤ ਨਾ ਹੋਈ। ਤਪ ਦਾ ਪਾਣੀ ਸੀ, ਕਹਿੰਦੇ ਉਹ ਵੀ ਸ਼ਾਂਤ ਨਾ ਹੋਇਆ। ਸਤਿਗੁਰੂ ਜੀ ਉਸ ਨੂੰ ਵੀ ਜਰ ਕੇ ਤਾਂ ਮਹਾਰਾਜ ਸ਼ਹੀਦਾਂ ਦੇ ਸਰਤਾਜ ਹਨ, ਕਿਉਂਕਿ ਇੱਕ ਉਹ ਸਮਾਂ ਆਇਆ ਸੀ ਜਦੋਂ ਅੱਗ ਨੇ, ਪਾਣੀ ਨੇ ਆਪਣਾ ਸੁਭਾਅ ਚੇਂਜ ਕਰ ਲਿਆ। ਪਰ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਇਸ ਵਿੱਚ ਵੀ ਪ੍ਰਵਾਨ ਚੜ ਗਏ, ਤਪ ਦੀ ਅੱਗ ਦੇ ਵਿੱਚ ਵੀ। ਕਿਉਂਕਿ ਮਹਾਰਾਜ ਕਹਿੰਦੇ ਇੱਕ ਬਾਹਰਲੀ ਤਪਸ਼ ਹੈ, ਇੱਕ ਅੰਦਰਲੀ ਤਪਸ਼ ਹੈ। ਬਾਹਰਲੀ ਤਪਸ਼ ਬੰਦਾ ਬੁਝਾਉਂਦਾ, ਪਰ ਅੰਦਰਲੀ ਤਪਸ਼ ਅਜੇ ਬੁਝਦੀ ਨਹੀਂ ਪਈ, ਅੰਦਰ ਓਦਾਂ ਹੀ ਕਲਪਦਾ ਪਿਆ ਹੈ। ਸਤਿਗੁਰੂ ਜੀ ਕਹਿੰਦੇ, ਮਾਰੇ ਕਹਿੰਦੇ ਬਾਹਰਲੀ ਤਪਸ਼ ਤੇਰੀ ਨਾ ਤਾਂ ਨਹਿ ਸੀਤਲੰਗ ਚੰਦਰ ਦੇਵੈ ਨਹਿ ਸੀਤਲੰਗ ਬਾਵਨ ਚੰਦਨੈ। ਇੱਕ ਸਤਿਗੁਰੂ ਜੀ ਕਹਿੰਦੇ, ਮਾਰੇ ਕਹਿੰਦੇ ਚੰਦਨ ਚੰਦਨ ਸਰਦ ਰੁੱਤ ਮੋਲ ਨ ਮਿਟਈ ਕਾਮ ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਪਾਤਸ਼ਾਹ ਜੀ ਕਹਿੰਦੇ ਅੰਦਰ ਦੀ ਤੜਫ ਜਿਹੜੀ ਕਲਪਨਾ ਹੈ ਉਹ ਖਤਮ ਹੋ ਜਾਏਗੀ ਜੇ ਉਹਦੇ ਨਾਮ ਨੂੰ ਜਪਣਾ ਕਰੇਗਾ, ਆਰਾਧਨਾ ਕਰੇਗਾ, ਨਹੀਂ ਤੇ ਕਲਪਦੀ ਰਹੇਗੀ। ਬਾਹਰੋਂ ਭਾਵੇਂ ਸ਼ਾਂਤ ਦਿਸੇ। ਇਹ ਕਣਾ ਗੁਰੂ ਸਾਹਿਬ ਜੀ ਦਾ ਸਿੱਖ ਹੋਇਆ ਭਾਈ ਸੁਥਰੇ ਸ਼ਾਹ ਜੀ।
ਭਾਈ ਸੁਥਰੇ ਸ਼ਾਹ ਜੀ ਨਾ ਬੜੇ ਜਿਹੜੇ ਪਖੰਡ ਕਰਦੇ ਸੀ, ਉਹਨਾਂ ਦੇ ਪਖੰਡ ਨੂੰ ਬੜਾ ਜ਼ਾਹਰ ਕਰਦੇ ਸੀ ਵੀ ਇਹ ਪਖੰਡ ਕਰਦਾ ਪਿਆ। ਇੱਕ ਆਇਆ ਸੀਤਲ ਦਾਸ, ਉਹਨੇ ਆਪਣਾ ਨਾਮ ਰੱਖਿਆ ਸੀ ਸੀਤਲ ਦਾਸ, ਸਰੀਰ ਤੇ ਸਵਾਹ ਮਲੀ ਹੋਈ ਤੇ ਬੜਾ ਸ਼ਾਂਤ ਬਣ ਕੇ ਬੈਠੇ ਵੀ ਮੇਰੇ ਵਰਗਾ ਸ਼ਾਂਤ ਕੋਈ ਨਹੀਂ। ਸਵਾਹ ਮਲੀ ਤੇ ਭਾਈ ਸੁਥਰੇ ਸ਼ਾਹ ਦੀ ਕੋਲ ਚਲੇ ਗਏ। ਕੋਲ ਜਾ ਕੇ ਉਹਨੂੰ ਪੁੱਛਣ ਲੱਗੇ ਵੀ ਐ ਮਹਾਤਮਾ ਜੀ ਤੁਹਾਡਾ ਨਾਮ ਕੀ ਹੈ? ਕਹਿੰਦੇ ਜੀ ਸੀਤਲ ਦਾਸ। ਫਿਰ ਹੱਥ ਮਾਰ ਕੇ ਕਹਿੰਦੇ ਵੀ ਤੁਹਾਡਾ ਨਾਮ ਕੀ ਹੈ? ਸਰੀਰ ਤੇ ਸਵਾਹ ਮੜੀ ਸੀ। ਕਹਿੰਦੇ ਸੀਤਲ ਦਾਸ। ਜਦੋਂ ਫੇਰ ਪੁੱਛਣਾ ਕੀਤਾ, ਜਿਹੜਾ ਬੜਾ ਸ਼ਾਂਤ ਦਿਸਦਾ ਸੀ ਉਹ ਭੜਕ ਉੱਠਿਆ। ਤਦ ਤੱਕ ਕਹਿੰਦੇ ਮਾਰਨਾ ਵੀ ਕੀਤਾ ਭਾਈ ਸੁਥਰੇ ਸ਼ਾਹ ਦੇ। ਕਹਿੰਦੇ ਤੈਨੂੰ ਸੁਣਿਆ ਨਹੀਂ ਵੀ ਮੇਰਾ ਨਾਮ ਸੀਤਲ ਦਾਸ ਹੈ? ਕਲਪ ਉੱਠਿਆ, ਗੁੱਸੇ ਵਿੱਚ ਆ ਗਿਆ, ਕ੍ਰੋਧ ਵਿੱਚ ਆ ਗਿਆ। ਭਾਈ ਸੁਥਰੇ ਸ਼ਾਹ ਜੀ ਕਹਿੰਦੇ ਮੈਨੂੰ ਪਤਾ ਸੀ ਮੇਰੀਆਂ ਅੱਖਾਂ ਧੋਖਾ ਨਹੀਂ ਖਾ ਸਕਦੀ। ਕਹਿੰਦਾ ਧੋਖਾ ਕਿੱਦਾਂ ਨਹੀਂ ਖਾ ਸਕਦੀ? ਜਿਹੜਾ ਸੀਤਲ ਦਾਸ ਅਖਾਉਂਦਾ ਸੀ, ਉਹ ਕਹਿੰਦੇ ਵੀ ਮੈਂ ਵੇਖਾਂ ਵੀ ਸਰੀਰ ਤੇ ਸਵਾਹ ਮੜੀ ਹੋਈ ਆ, ਅੱਗ ਨਜ਼ਰ ਨਹੀਂ ਆ ਰਹੀ ਵੀ ਅੱਗ ਕਿੱਥੇ ਹੈ। ਬਾਹਰੋਂ ਸੀਤਲ ਦਾਸ ਬਣਿਆ, ਬਾਹਰੋਂ ਸ਼ਾਂਤ ਦਿਸਾਂ, ਪਰ ਅੰਦਰ ਤਾਂ ਅੱਗ ਦੇ ਭਾਂਬੜ ਬਲਦੇ ਪਏ ਨੇ ਮਾਰੇ। ਕਹਿੰਦੇ ਅੰਤਰ ਅਗਨ ਬਾਹਰ ਤਨ ਸਵਾ, ਗਲ ਪਾਥਰ ਕੈਸੇ ਤਰੈ ਥਾ। ਇਹ ਜਿਹੜੀ ਅੰਦਰ ਦੀ ਅੱਗ ਹੈ ਨਾ, ਇਹ ਨਾ ਠੰਡੇ ਇਲਾਕਿਆਂ ਵਿੱਚ ਜਾਣ ਨਾਲ ਬੁਝਣੀ ਹੈ, ਨਾ ਠੰਡੀਆਂ ਥਾਵਾਂ ਤੇ ਭਾਵੇਂ ਠੰਡਾ ਲੇਪਣ ਕਰਨ ਦੇ ਨਾਲ ਵੀ ਨਹੀਂ ਬੁਝਣੀ। ਸਤਿਗੁਰੂ ਜੀ ਕਹਿੰਦੇ ਇਹ ਅੱਗ ਅਸਾੜ ਤਪੰਦਾ ਤਿਸ ਲਗੈ, ਹਰ ਨਾਮ ਨਾ ਜਿੰਨਾ ਪਾਸ। ਹਰੀ ਦਾ ਨਾਮ ਜਿਨ੍ਹਾਂ ਦੇ ਕੋਲ ਨਹੀਂ ਮਾਰੇ, ਕਹਿੰਦੇ ਉਹ ਅਸਾੜ ਦੇ ਮਹੀਨੇ ਦੀ ਤਰ੍ਹਾਂ ਤਪਦੇ ਪਏ ਹਨ। ਅਸਾੜ ਦੇ ਮਹੀਨੇ ਦੀ ਤਰ੍ਹਾਂ ਤਪਦੇ ਪਏ ਨੇ, ਉਹਨਾਂ ਅੰਦਰ ਤਪਸ਼ ਪੈਦਾ ਹੋਈ ਪਈ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਅੱਗਾਂ ਬਲਦੀਆਂ ਪਈਆਂ ਹਨ। ਗੁਰੂ ਸਾਹਿਬ ਜੀ ਕਹਿੰਦੇ ਇਹ ਅੱਗ ਨਹੀਂ ਬੁਝਣ ਵਾਲੀ, ਇਹ ਅੱਗ ਹਰੀ ਦੇ ਨਾਮ ਤੋਂ ਬਿਨਾਂ ਸ਼ਾਂਤ ਨਹੀਂ ਹੋਣ ਵਾਲੀ। ਮਾਰੇ ਕਹਿੰਦੇ ਜਗ ਜੀਵਨ ਪੁਰਖ ਤਿਆਗ ਕੈ, ਜਗਤ ਦੇ ਜੀਵਨ ਪਰਮਾਤਮਾ ਪੁਰਖ ਨੂੰ ਵਿਸਾਰ ਕੇ, ਮਾਨਸ ਸੰਧੀ ਆਸ, ਮਨੁੱਖ ਦੀ ਆਸ ਰੱਖ ਲਈ ਹੈ। ਮਨੁੱਖ ਦੀ ਜੇ ਕੋਈ ਆਸ ਕਰੇ ਨਾ, ਜੇ ਕੋਈ ਅੱਜ ਜਾਵੇ ਨਾ ਕਿਸੇ ਤੋਂ ਮੰਗਣ, ਉਹ ਦੇ ਵੀ ਦਵੇ, ਧਨ ਦੇ ਦਵੇ, ਤੇ ਕੱਲ ਨੂੰ ਫੇਰ ਚਲਾ ਜਾਵੇ, ਉਹ ਕਹੇਗਾ ਕਹਿੰਦਾ ਤੈਨੂੰ ਕੱਲ ਤਾਂ ਦਿੱਤਾ ਸੀ। ਕੁਝ ਦਿਨ ਫੇਰ ਜਾਏਗਾ ਤੈਨੂੰ ਦਿੱਤਾ ਸੀ, ਏਦਾਂ ਸੁਣਾਏਗਾ। ਮਾਰੇ ਕਹਿੰਦੇ ਮਨ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕੈ ਭਗਵਾਨ। ਜਿਸ ਕੈ ਦੀਐ ਰਹਿ ਅਗਾਏ, ਅਗਾਏ ਕਹਿੰਦੇ ਨੇ ਰੱਜ ਜਾਣਾ, ਤ੍ਰਿਪਤ ਹੋ ਜਾਣਾ। ਮਾਰੇ ਕਹਿੰਦੇ ਜਿਸ ਦੇ ਦਿੱਤਿਆਂ ਰੱਜ ਆ ਜਾਵੇ, ਤ੍ਰਿਪਤੀ ਹੋ ਜਾਵੇ, ਤੂੰ ਉਹਦੇ ਕੋਲੋਂ ਮੰਗਣਾ ਕਰ। ਬਹਿਲੋਲ ਸੀ ਬਗਦਾਦ ਦੇ ਵਿੱਚ, ਇੱਕ ਪੀਰ ਫਕੀਰ ਸੀ। ਜਦੋਂ ਗੁਰੂ ਨਾਨਕ ਸਾਹਿਬ ਜੀ ਬਗਦਾਦ ਤੋਂ ਵੀ ਭਾਵ ਜਿਹੜਾ ਹੈ ਉਹ ਸ਼ਹਿਰ ਦਾ ਨਾਮ ਰੱਖਿਆ ਹੈ, ਬਗਦਾਦ ਖੁਦਾ ਵੱਲੋਂ ਬਖਸ਼ਿਆ ਹੋਇਆ ਤੋਹਫਾ, ਬਗਦਾਦ ਤੋਂ ਭਾਵ ਹੈ। ਉਹ ਜਿਹੜਾ ਫਕੀਰ ਹੈ ਉਹਨੇ ਕੀਰਤਨ ਸੁਣਿਆ ਮਹਾਰਾਜ ਦਾ। ਗੁਰੂ ਨਾਨਕ ਸਾਹਿਬ ਜੀ ਜਦੋਂ ਜਾਂਦੇ ਨੇ ਰੋਜ਼ ਸੁਣਦਾ ਹੈ, ਕਿਸੇ ਨਾਲ ਕੋਈ ਗੱਲਬਾਤ ਨਹੀਂ, ਕੀਰਤਨ ਸੁਣਨਾ, ਚੁੱਪਚਾਪ ਵਾਪਸ ਆ ਜਾਣਾ, ਟਿਕ ਜਾਣਾ। ਰੋਜ਼ ਦਾ ਨੇਮ ਸੀ।
ਕੀਰਤਨ ਸੁਣਨਾ, ਕਿਉਂਕਿ ਕਈ ਵਾਰ ਹੁੰਦਾ ਹੈ ਨਾ, ਬੰਦਾ ਪ੍ਰਾਪਤ ਕਰ ਲੈਂਦਾ ਪਰ ਸਾਂਭਣਾ ਬੜਾ ਮੁਸ਼ਕਲ ਹੋ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਭੋਜਨ ਛਕ ਲੈਣਾ, ਪਰ ਸਭ ਉਹ ਤੋਂ ਵੱਡੀ ਗੱਲ ਹੈ ਉਹਨੂੰ ਪਚਾ ਲੈਣਾ। ਤੇ ਫਕੀਰ ਦਾ ਇਹ ਸੀ ਵੀ ਕਿਸੇ ਦੀ ਨਿੰਦਿਆ ਨਹੀਂ, ਕਿਸੇ ਦੀ ਚੁਗਲੀ ਨਹੀਂ, ਕਿਸੇ ਤੇ ਕ੍ਰੋਧਤ ਨਹੀਂ, ਕਿਸੇ ਨੂੰ ਕੁਝ ਮਾੜਾ ਨਹੀਂ, ਕੁਝ ਚੰਗਾ ਨਹੀਂ, ਸੁਣਨਾ ਤੇ ਚੁੱਪਚਾਪ ਆ ਜਾਣਾ, ਆਨੰਦ ਦੇ ਵਿੱਚ ਟਿਕ ਜਾਣਾ। ਇੱਕ ਦਿਨ ਜਦੋਂ ਮਹਾਰਾਜ ਚੱਲੇ ਆਣਾ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਹਨੇ ਮਹਾਰਾਜ ਦੇ ਚਰਨ ਪਕੜ ਲਏ। ਜਿਹੜਾ ਕਦੇ ਨਹੀਂ ਬੋਲਿਆ ਸੀ ਅੱਜ ਬੋਲ ਪਿਆ। ਕਹਿੰਦਾ ਮਹਾਰਾਜ ਕਿਰਪਾ ਕਰਕੇ ਹੋਰ ਇੱਥੇ ਰਹਿਣਾ ਕਰੋ, ਤੁਹਾਡੇ ਕੀਰਤਨ ਵਿੱਚੋਂ ਆਉਣਾ, ਤੁਹਾਡੀ ਰਸਨਾ ਵਿੱਚੋਂ ਜਿਹੜੇ ਬੋਲ ਨਿਕਲਦੇ ਨੇ ਉਹ ਮੇਰੇ ਅੰਦਰ ਨੂੰ ਠੰਡ ਪਾਉਂਦੇ ਹਨ। ਇਹ ਸੀ ਮਾਰੇ ਕਹਿੰਦੇ ਜਿਹੜੀ ਅੰਦਰ ਦੀ ਤਪਸ਼ ਨੂੰ ਮਿਟਾਉਣ ਵਾਲੀ ਠੰਡ, ਉਹ ਠੰਡ ਬਾਹਰੋਂ ਨਹੀਂ ਕਿਤੋਂ ਪ੍ਰਾਪਤ ਹੋਣੀ ਸੀ, ਠੰਡੇ ਇਲਾਕਿਆਂ ਵਿੱਚੋਂ ਜਾ ਕੇ ਨਹੀਂ ਪ੍ਰਾਪਤ ਹੋਈ। ਬਹਿਲੋਲ ਕਹਿਣ ਲੱਗੇ ਮਹਾਰਾਜ ਜਿਹੜੇ ਤੁਹਾਡੇ ਬੋਲ ਹਨ, ਤੁਹਾਡੀ ਬਾਣੀ ਹੈ, ਤੁਹਾਡਾ ਕੀਰਤਨ ਹੈ, ਮੇਰੇ ਅੰਦਰ ਨੂੰ ਠੰਡਾ ਕਰ ਗਿਆ, ਮੇਰੇ ਅੰਦਰ ਦੀ ਤਪਸ਼ ਨੂੰ ਇਸ ਨੇ ਮਿਟਾ ਦਿੱਤਾ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਜਿਸ ਬੋਲਾਂ ਨੇ ਨਾ ਤੇਰੇ ਅੰਦਰ ਦੀ ਤਪਸ਼ ਨੂੰ ਮਿਟਾਇਆ ਹੈ, ਤੇਰੇ ਅੰਦਰ ਠੰਡ ਪਹੁੰਚਾਉਣਾ ਕੀਤੀ ਹੈ, ਮਾਰੇ ਕਹਿੰਦੇ ਬੈਠ ਜਾ, ਇਸ ਨੂੰ ਜਪਣਾ ਕਰ, ਇਹ ਸਦਾ ਹੀ ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਪਾਹੇ ਨਾ ਸਾਕੈ ਜਾਲੇ। ਇਹ ਮਾਰੇ ਕਹਿੰਦੇ ਗੁਰੂ ਦਾ ਬਚਨ ਐਸਾ ਹੈ ਜਿਹਨੂੰ ਤਸਕਰ ਨਹੀਂ, ਗੁਰੂ ਸਾਹਿਬ ਜੀ ਕਹਿੰਦੇ ਤਸਕਰ ਚੋਰ ਨਹੀਂ ਲਿਜਾ ਸਕਦਾ, ਲੁੱਟ ਸਕਦਾ, ਜਲ ਨਹੀਂ ਡੋਬ ਸਕਦਾ, ਅੱਗ ਨਹੀਂ ਸਾੜ ਸਕਦੀ। ਗੁਰੂ ਸਾਹਿਬ ਜੀ ਕਹਿੰਦੇ ਇਹ ਨਾਮ ਨੂੰ ਜਪਣਾ ਕਰ। ਉਸ ਫਕੀਰ ਨੇ ਉੱਥੇ ਹੀ ਬੈਠ ਕੇ ਕਹਿੰਦੇ 7 ਸਰਦੀਆਂ ਲਗਾਤਾਰ ਉੱਥੇ ਹੀ ਬੈਠ ਕੇ ਸਿਮਰਨ ਬੰਦਗੀ ਕੀਤੀ। ਤੇ ਕਹਿੰਦੇ ਇੱਕ ਦਿਨ ਬਾਦਸ਼ਾਹ ਆਇਆ, ਉਸ ਫਕੀਰ ਨੂੰ ਕਹਿਣ ਲੱਗਿਆ ਵੀ ਕੁਝ ਮੰਗਣਾ ਕਰ, ਕੁਝ ਮੰਗਣਾ ਕਰ, ਮੈਂ ਕੁਝ ਦੇਣਾ ਚਾਹੁੰਦਾ, ਕੁਝ ਧਨ ਪਦਾਰਥ। ਉਹ ਫਕੀਰ ਨੇ ਕਿਹਾ, ਕਹਿੰਦਾ ਇੱਕ ਦੇ ਗਿਆ, ਮੁੜ ਕੇ ਮੰਗਣ ਦੀ ਲੋੜ ਨਹੀਂ ਪਈ। ਜਿਹੜੀ ਉਹ ਗੁਰੂ ਨਾਨਕ ਸਾਹਿਬ ਜੀਆਂ ਨੇ ਐਸੀ ਦਾਤ ਬਖਸ਼ੀ, ਮੇਰੇ ਜਨਮਾਂ ਦੀਆਂ ਪਿਆਸਾਂ ਖਤਮ ਕਰਕੇ ਰੱਖ ਦਿੱਤੀਆਂ। ਮੈਨੂੰ ਹੁਣ ਕਿਸੇ ਹੋਰ ਤੋਂ ਮੰਗਣ ਦੀ ਲੋੜ ਨਹੀਂ। ਅਕਬਰ ਬਾਦਸ਼ਾਹ ਕੋਲ ਗਿਆ ਫਕੀਰ, ਉਹ ਜਦੋਂ ਗਿਆ ਤੇ ਕਹਿੰਦੇ ਅਕਬਰ ਬਾਦਸ਼ਾਹ ਤੋਂ ਫਰਿਆਦ ਕਰਦਾ, ਐ ਪਰਮਾਤਮਾ ਖੁਦਾ, ਮੇਰੇ ਰਾਜ ਭਾਗ ਨੂੰ ਹੋਰ ਬੜਾਵਾ ਦੇ, ਹੋਰ ਮੈਨੂੰ ਤਰੱਕੀ ਮਿਲੇ, ਹੋਰ ਮੈਂ ਕੁਝ ਪ੍ਰਾਪਤ ਕਰਾਂ। ਉਹ ਫਕੀਰ ਆਇਆ ਤੇ ਵਾਪਸ ਮੁੜ ਗਿਆ। ਆਵਾਜ਼ ਮਾਰੀ, ਕਹਿੰਦੇ ਤੂੰ ਆਇਆ ਖਾਲੀ ਕਿਉਂ ਚੱਲਿਆ, ਕੁਝ ਮੰਗਣਾ ਕਰ। ਕਹਿੰਦਾ ਮੈਂ ਮੰਗਤੇ ਪਾਸੋਂ ਨਹੀਂ ਕੁਝ ਮੰਗਣਾ। ਮੰਗਤੇ ਪਾਸੋਂ? ਕਹਿੰਦੇ ਇਹ ਤਾਂ ਆਪ ਮੰਗ ਰਿਹਾ, ਜੀ ਤੋਂ ਇਹ ਮੰਗਦਾ ਮੈਂ ਤਾਂ ਹੁਣ ਉਸ ਤੋਂ ਮੰਗਾਂਗਾ, ਪਰਮਾਤਮਾ ਤੋਂ, ਜਿਹੜਾ ਸਭ ਨੂੰ ਦੇ ਰਿਹਾ ਤੇ ਦੱਤਾ ਦਾਤਾ ਏਕ ਹੈ। ਸਭ ਕੋ ਦੇਵਨ ਹਾਰ, ਦੇਂਦੇ ਤੋੜ ਨਾ ਆਵੀ, ਅਗਨਤ ਭਰੇ ਭੰਡਾਰ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮਨੁੱਖ ਦੀ ਟੇਕ ਛੱਡ ਕੇ ਰੱਬ ਦੀ ਟੇਕ ਰੱਖ। ਪਰ ਕਰਮ ਕੀ ਹੋ ਗਿਆ, ਬੰਦੇ ਦੀ ਫਿਤਰਤ ਕੀ ਹੋ ਗਈ? ਜਗ ਜੀਵਨ ਪੁਰਖ ਤਿਆਗ ਕੈ, ਜਗਤ ਨੂੰ ਜੀਵਨ ਦਾਨ ਦੇਣ ਵਾਲਾ। ਪੁਰਖ ਤੋਂ ਭਾਵ ਹੈ ਪਰਮਾਤਮਾ। ਜਗ ਜੀਵਨ ਪੁਰਖ ਤਿਆਗ ਕੈ, ਮਾਨਸ ਸੰਧੀ ਆਸ,
ਮਾਰੇ ਕਹਿੰਦੇ ਮਾਨਸ ਦੀ ਆਸ ਧਾਰਨ ਕਰ ਲਈ, ਮਾਨਸ ਦੀ ਟੇਕ ਰੱਖ ਲਈ ਹੈ। ਤੇ ਪਾਤਸ਼ਾਹ ਕਹਿੰਦੇ ਦੁਐ ਭਾਏ ਵਿਗੁਚੀਐ, ਦੁਈਐ ਤੋਂ ਭਾਵ ਹੈ ਦੁਐਤ, ਦੋ ਬੇੜੀਆਂ ਵਿੱਚ ਸਵਾਰ ਹੋ ਜਾਣਾ। ਦੋ ਬੇੜੀਆਂ 'ਚ ਸਵਾਰ ਕਦੇ ਪਾਰ ਨਹੀਂ ਹੁੰਦਾ, ਦੁਬਦਾ ਦੇ ਵਿੱਚ ਪੈ ਜਾਣਾ। ਦੁਬਦਾ ਵਿੱਚ ਪਿਆ ਹੋਇਆ ਬੰਦਾ ਕਦੇ ਵੀ ਸਹੀ ਫੈਸਲਾ ਨਹੀਂ ਲੈ ਸਕਦਾ। ਦੁਬਦਾ ਵਿੱਚ ਪਿਆ ਹੋਏ ਬੰਦੇ ਦੀ ਹਾਲਤ ਕੀ ਹੈ? ਚੰਗਾ ਵੀ ਕਰ ਲੈਣਾ ਤੇ ਮਾੜਾ ਵੀ ਕਰ ਲੈਣਾ, ਸੱਚ ਵੀ ਬੋਲੀ ਜਾਣਾ ਤੇ ਝੂਠ ਵੀ ਬੋਲੀ ਜਾਣਾ। ਕਹਿਣ ਲੱਗੇ ਬੰਦਗੀ ਵਾਲੇ ਪਾਸੇ ਤੁਰਨਾ, ਫੇਰ ਪਾਪਾਂ ਵਾਲੇ ਪਾਸੇ ਤੁਰ ਪੈਣਾ। ਮਾਰੇ ਕਹਿੰਦੇ ਦੋ ਕਦਮ ਅੱਗੇ ਤੇ ਦੋ ਕਦਮ ਫਿਰ ਪਿੱਛੇ ਤੁਰ ਪੈਣਾ। ਹੁਣ ਜਿਹੜਾ ਦੋ ਕਦਮ ਅੱਗੇ ਚੱਲਦਾ ਤੇ ਦੋ ਕਦਮ ਪਿੱਛੇ ਚੱਲਦਾ ਹੈ, ਉਹ ਕਦੇ ਵੀ ਆਪਣੇ ਮਾਰਗ ਤੇ, ਰਸਤੇ ਤੇ ਨਹੀਂ ਪਹੁੰਚ ਸਕਦਾ, ਮੰਜ਼ਿਲ ਤੇ, ਜਿਹਦੀ ਹਾਲਤ ਦੁਬਦਾ ਦੇ ਵਿੱਚ ਪਈ ਹੈ। ਮਾਰੇ ਕਹਿੰਦੇ ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ, ਮੜੈ ਮਸਾਣ ਨਾ ਜਾਈ। ਕਦੇ ਕਬਰਾਂ ਨੂੰ ਪੂਜ ਲਿਆ, ਕਦੇ ਫੇਰ ਛੱਡ ਦਿੱਤਾ, ਕਦੇ ਪਰਮਾਤਮਾ ਵਾਲੇ ਪਾਸੇ ਆ ਗਏ, ਕਦੇ ਫੇਰ ਤਿਆਗ ਦਿੱਤਾ, ਕਦੇ ਆਸਤਕ ਬਣ ਗਿਆ ਤੇ ਕਦੇ ਨਾਸਤਕ ਬਣ ਗਿਆ। ਇਹ ਹਾਲਤ ਉਹ ਹੈ। ਮਾਰੇ ਕਹਿੰਦੇ ਇੱਕ ਹੈ ਦੀਵਾ ਬਲਦਾ ਅਗਨ, ਰੋਸ਼ਨੀ ਨੂੰ ਜਾਣਾ ਹੈ, ਇੱਕ ਹੈ ਮਿੱਟੀ ਵਿੱਚ ਮਿਲ ਜਾਣਾ। ਗੁਰੂ ਸਾਹਿਬ ਜੀ ਕਹਿੰਦੇ ਪਰਮਾਤਮਾ ਨੂੰ ਮਿਲ ਲੈਣਾ। ਆਪ ਨਾਰਾਇਣ ਕਲਾ ਧਾਰ, ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ, ਜਗ ਮੰਡਲ ਕਰਿਓ। ਫਿਰ ਦੁਬਦਾ ਦੇ ਵਿੱਚ ਨਾ ਪੈ, ਫਿਰ ਨਿਰੰਕਾਰ ਦੀ ਪ੍ਰਾਪਤੀ ਕਰਨਾ ਕਰ। ਸਤਿਗੁਰੂ ਜੀ ਕਹਿੰਦੇ ਦਈਏ ਪਾਏ ਵਿਗੁਚੀਐ, ਵਿਗੁਚੀਏ ਤੋਂ ਭਾਵ ਹੈ ਖੁਆਰ ਹੋ ਜਾਣਾ। ਖੁਆਰ ਹੋਣਾ ਇਹ ਹੈ ਵੀ ਜਿਵੇਂ ਮਿਹਨਤ ਕਰਦਾ ਪਿਆ ਹੈ ਪਰ ਪੱਲੇ ਕੁਝ ਨਹੀਂ ਪੈਂਦਾ ਪਿਆ। ਕਹਿੰਦਾ ਮਿਹਨਤ ਵੀ ਕਰ ਰਿਹਾ ਪਰ ਪੱਲੇ ਨਹੀਂ ਕੁਝ ਪੈ ਰਿਹਾ। ਮਾਰੇ ਕਹਿੰਦੇ ਵੇਖ ਤਾਂ ਸਹੀ ਮਿਹਨਤ ਕਿੱਦਾਂ ਦੀ ਹੋ ਰਹੀ ਹੈ। ਗੁਰੂ ਸਾਹਿਬ ਜੀ ਕਹਿੰਦੇ ਚੇਰੀ ਕੀ ਸੇਵਾ ਕਰੇ, ਠਾਕੁਰ ਨਹੀਂ ਦੀਸੈ। ਕਹਿੰਦੇ ਨੌਕਰਾਂ ਦੀ ਸੇਵਾ ਕਰਕੇ ਤੂੰ ਉਹਨਾਂ ਤੋਂ ਆਮਦਨ ਭਾਲਦਾ ਵੀ ਉਹ ਤੈਨੂੰ ਆਮਦਨ, ਉਹ ਤੈਨੂੰ ਧਨ ਦੇਣਗੇ, ਤਨਖਾਹ ਦੇਣਗੇ। ਗੁਰੂ ਸਾਹਿਬ ਜੀ ਕਹਿੰਦੇ ਮਾਲਕ ਨੂੰ ਛੱਡ ਕੇ, ਪਰਮਾਤਮਾ ਨੂੰ ਛੱਡ ਕੇ, ਚੇਰੀ ਕੀ ਸੇਵਾ ਕਰੈ, ਠਾਕੁਰ ਨਹੀਂ ਦੀਸੈ। ਪੋਖਰ ਨੀਰ ਵਰੋਲੀਐ, ਮਾਖਨ ਨਹੀਂ ਰੀਸੈ। ਏਦਾਂ ਤਾਂ ਮਾਰੇ ਕਹਿੰਦੇ ਸਾਰੀ ਜ਼ਿੰਦਗੀ ਸੇਵਾ ਕਰੀ ਚੱਲ। ਏਦਾਂ ਤਾਂ ਸਤਿਗੁਰੂ ਜੀ ਕਹਿੰਦੇ ਸਾਰੀ ਜ਼ਿੰਦਗੀ ਪਾਣੀ ਰਿੜਕੀ ਚੱਲ, ਮੱਖਣ ਕਦੇ ਪ੍ਰਾਪਤ ਨਹੀਂ ਹੋਏਗਾ। ਦੁਬਦਾ ਕੀ ਹੈ, ਖੁਆਰੀ ਕੀ ਹੈ। ਸਾਰੀ ਜ਼ਿੰਦਗੀ ਪਾਣੀ ਰਿੜਕਣ ਦੇ ਨਾਲ ਤੂੰ ਇਹ ਕਵੇਂ ਵੀ ਮੈਂ ਤਾਂ ਇੰਨੇ ਸਾਲ ਤੋਂ ਸੇਵਾ ਕਰਦਾ ਆ ਰਿਹਾ, ਇੰਨੇ ਸਾਲ ਤੋਂ ਮੈਂ ਇਹ ਕਰਮ ਕਰਦਾ ਆ ਰਿਹਾ, ਪ੍ਰਾਪਤ ਕੁਝ ਨਹੀਂ ਹੋਇਆ। ਪਰ ਗੁਰੂ ਸਾਹਿਬ ਜੀ ਕਹਿੰਦੇ ਸਮਝਣਾ ਕਰ ਕੀ ਰਿਹਾ ਹੈ। ਕਿਤੇ ਪਾਣੀ ਤਾਂ ਨਹੀਂ ਰਿੜਕਦਾ ਪਿਆ, ਰਿੜਕਦਾ ਰਿਹਾ, ਕਿਤੇ ਪਾਣੀ ਤਾਂ ਨਹੀਂ ਰਿੜਕਦਾ। ਪਾਤਸ਼ਾਹ ਕਹਿੰਦੇ ਇਸ ਨਾਲ ਤਤ ਸਾਰ ਦੀ ਪ੍ਰਾਪਤੀ ਨਹੀਂ ਹੋਏਗੀ। ਇਹ ਤਾਂ ਉਹ ਹਾਲਤ ਹੈ ਮ੍ਰਿਗ ਜੋ ਧਾਵੈ, ਮ੍ਰਿਗ ਤ੍ਰਿਖਾਵੰਤ। ਕਹਿੰਦੇ ਚਮਕਦੀ ਰੇਤ ਨਾ, ਤਪਸ਼ ਨੂੰ, ਆਹ ਗਰਮੀ ਪੈਂਦੀ ਹੈ। ਹਿਰਨ ਜਿਹੜੇ ਨੇ ਮ੍ਰਿਗ, ਉਹ ਤਪਦੀ ਹੋਈ ਰੇਤ ਨੂੰ ਪਾਣੀ ਪ੍ਰਤੀਤ ਹੁੰਦਾ ਹੈ। ਉਹ ਜਦੋਂ ਨੇੜੇ ਜਾਂਦੇ ਨੇ ਫੇਰ ਰੇਤ, ਫੇਰ ਹੋਰ ਦੂਰ ਪਾਣੀ ਪ੍ਰਤੀਤ ਆਉਣ ਲੱਗ ਜਾਂਦਾ, ਉੱਥੇ ਜਾਂਦੇ ਉੱਥੇ ਵੀ ਰੇਤ। ਗੁਰੂ ਸਾਹਿਬ ਜੀ ਕਹਿੰਦੇ ਉਹ ਭੁਲੇਖਾ ਪਿਆ ਹੋਇਆ, ਭੱਜਦੇ ਦੌੜਦੇ ਅੰਤ ਹੋ ਜਾਂਦਾ, ਪਰ ਪਾਣੀ ਪ੍ਰਾਪਤ ਨਹੀਂ ਹੁੰਦਾ ਪਿਆ। ਮਾਰੇ ਕਹਿੰਦੇ ਉਹ ਖੁਆਰ ਹੁੰਦੇ ਪਏ ਹਨ। ਦੋਏ ਪਾਏ ਵਿਗੁਚੀਐ,
गल पई सो जम की फास। पातशाह कहते जमा की फाही पई हुई है, डर बनया होया है, कुछ प्राप्त होने वाला नहीं। ख्वार हुंदे पए ने उस हिरन की तरह, जिन्होंने उन्होंने हालत फिर वो है। गुरु साहब जी कहते जैसे बैल तेली को, भाई गुरदास साहब जी कहते जैसे बैल तेली को जानत कई कोस चलियो, नैन उकरत बाहो ठाहो ही ठिकानो है। तेली दा बल हुंदा है, उन्हें अखां ते खोपे ला दिते ने बल्द दे। बल्द ने सोचिया भी अज मैं बड़ा सफर करना है, वो चलिया उत्थे घूमी जा रहा है। शामां पईयां, बल्द ने सोचिया भी अज बड़ी दूर पैंडा तय कर लिया होएगा, पर जदों खोपे हटाए गए ते कहंदे जिथों चलिया सी उत्थे ही खड़ा है। मारे कहंदे बस हालत दुबदा दे विच ही हालत है भी जिथों चलदा बंदा उत्थे ही खड़ा है। बच्चा ना बोलन लगे ना वड्डा हो जावे, माता पिता नूं चिंता पैदा हो जाती है। जे किते ना चलन लगे वड्डा हो जावे, चिंता पैदा हो जाती है, फिक्र पैदा हो जाता भी इन्ना वड्डा हो गया जे चलन नहीं लगेगा, अजे बोलन नहीं लगया है। सतगुरु पातशाह महाराज कहते बंदे दा जीवन इन्ना निकल गया है, बाहरों भावें चलन लग गया, बोलन लग गया, सुनन लग गया है, पर अंदर दा जिहड़ा आत्मक पक्षों अजे बच्चा ही है, अजे चलन भी नहीं लग्या ते अजे बोलन भी नहीं लग्या। अजे मारे कहंदे वो परमात्मा नूं चिंता है भी तू चिंतन करना कर, वो चिंता करन वाला है, वो सब दी संभाल करन वाला है। नानक चिंता मत करो चिंता तिस ही है। ताही गुरु साहब जी कहते जाग लेहो रे मना जाग लेहो, कहाँ गाफुल सोया। सतगुरु जी कहते तू तो अजे सुता ही पिया है, अजे जागे ही नहीं है, अजे अज्ञान की नींद विच सुता पिया है। अगली उदाहरण भाई साहब जी ने दी है, कहते जैसे जेवरी बटत आंदरो अचिंत चिंत, खात जात बछरो टटोरो पछतानो है। अन्ना मनुखना जेवरी कहते रस्सी, वो रस्सी बटन लग्या होया, सवेर दा लग्या है ते कोल सी बच्चा, बच्चा कहते वो खाई जा रहा है, चबी जा रहा है सारी। वो जिहड़ा अन्ना मनुख वो सोचदा है भी हुण मैं अपने बच्चों नूं कहांगा, अपने पुत्तां नूं भी देखो मैं किन्नी रस्सी वट ली है, किन्ना वड्डा रस्से बना लए हन। वो जदों शामां पईयां ते कहंदे बच्चे आए ते कहंदे पिता जी तुसी की कर रहे हो? कहंदे वेख रस्सी मैं वट ली, वो जिन्नी हत्थ विच आई उन्नी रह गई। बड़ा पछताया, कहंदा मैं तो सवेर दा बटन लग्या मैं। कहंदे तुसी तां बटन लगे सी, पर कोल जिहड़ा बच्चा सी वो सारी खा गया, चब गया। तुहाडे बट्टे दा कोई अर्थ नहीं है। मारे कहंदे विगुची बंदा कह रहा भी मैं बहुत समय तो इस पासे लग्या होया, पर अंदर नूं पुछ के वेखे भी किन्ना क वट्टिया है, क्या तै खटिया कहा ते की गवाउणा कीता, अपने अंदर नूं पुछ के वेख। गुरु जी कहंदे किते ओ हालत ना होवे भी रस्सी बट्टी चले ते कोल खाई भी चले, रब दी उस्तत भी करी चले ते निंदिया भी करी चले, सच भी बोले ते झूठ भी बोले, ईमानदारी भी बरते। मारे कहंदे वो गल नहीं बनी। दोए पाए वे गुची है, करदा वरत भी रखदा है, पर गुरु साहब जी कहंदे तीरथ वरत अरदान कर, मन मैं धरै गुमान। मन विच जे गुमान आ गया,
ਹੰਕਾਰ ਆ ਗਿਆ। ਦੁਬਦਾ ਕੀ ਹੈ? ਵਿਦਾਨ ਵੀ ਕਰ ਰਿਹਾ ਤੇ ਹੰਕਾਰ ਵੀ ਕਰ ਰਿਹਾ। ਸਤਿਗੁਰੂ ਜੀ ਕਹਿੰਦੇ ਜੇ ਦਾਨ ਕਰਕੇ, ਜੇ ਤੂੰ ਕਿਸੇ ਦਾ ਭਲਾ ਕਰਕੇ ਹੰਕਾਰ ਕਰਦਾ ਹੈ ਨਾ, ਉਹ ਤੇਰਾ ਦਾਨ ਕੀਤਾ ਇਸ ਤਰ੍ਹਾਂ ਹੈ ਵੀ ਜਿਵੇਂ ਜਿਉਂ ਕੁੰਚਰ ਇਸਨਾਨ, ਨਾਨਕ ਨਿਹਫਲ ਜਾਤ ਤੇ ਜਿਉਂ ਕੁੰਚਰ ਇਸਨਾਨ। ਹਾਥੀ ਨੂੰ ਚੰਗੀ ਤਰ੍ਹਾਂ ਮਲ ਕੇ ਇਸ਼ਨਾਨ ਕਰਾਓ, ਫਿਰ ਮਿੱਟੀ ਵਿੱਚ ਲਿਬੜੇਗਾ, ਫਿਰ ਆਪਣੇ ਆਪ ਤੇ ਮਿੱਟੀ ਪਾਏਗਾ। ਸਤਿਗੁਰੂ ਜੀ ਕਹਿੰਦੇ ਉਹ ਇਸ ਤਰ੍ਹਾਂ ਜਿਵੇਂ ਹਾਥੀ ਨੂੰ ਇਸ਼ਨਾਨ ਕਰਾਇਆ, ਨਿਹਫਲ ਚਲਾ ਗਿਆ। ਜੇ ਗੁਮਾਨ ਅੰਦਰ ਧਾਰਨ ਕਰ ਲਿਆ, ਇਹ ਹੈ ਦੁਬਦਾ ਦੇ ਵਿੱਚ ਪੈ ਜਾਣਾ। ਇਹ ਹੈ ਖੁਆਰ ਹੋਣਾ। ਦੁਏ ਪਾਏ ਵੇ ਗੁੱਚੀਐ, ਗੱਲ ਪਈ ਜਮ ਕੀ ਫਾਸ। ਜਿਹਾ ਬੀਜੈ ਸੋ ਲੁਣੈ, ਮੱਥੇ ਜੋ ਲਿਖਿਆਸ। ਅੱਜ ਤੱਕ ਕਿਸੇ ਨੇ ਇਹ ਨਹੀਂ ਕਿਹਾ ਹੋਏਗਾ ਕਣਕ ਬੀਜੀ ਤੇ ਝੋਨਾ ਹੋ ਗਿਆ, ਕਣਕ ਮੱਕੀ ਬੀਜੀ ਤੇ ਕਣਕ ਹੋ ਗਈ। ਕਣਕ ਬੀਜਦਾ ਤੇ ਮੱਕੀ ਨਹੀਂ ਹੋਏਗੀ, ਕਣਕ ਹੀ ਹੋਏਗੀ। ਮੱਕੀ ਨੂੰ ਬੀਜੇਗਾ ਤੇ ਮੱਕੀ ਹੋਏਗੀ। ਮਾਰੇ ਕਹਿੰਦੇ ਇਸੇ ਤਰ੍ਹਾਂ ਜੋ ਜੀਵ ਕਰਮ ਬੀਜਦਾ ਹੈ ਨਾ, ਉਹ ਕਰਮ ਉਹਨੂੰ ਵੱਢਣੇ ਪੈਂਦੇ ਹਨ, ਪ੍ਰਾਪਤ ਕਰਨੇ ਪੈਂਦੇ ਹਨ। ਕਰਮ ਹੀ ਸ੍ਰੇਸ਼ਟ ਹਨ। ਮਾਰੇ ਕਹਿੰਦੇ ਕਰਮ ਇਸ ਤਰ੍ਹਾਂ ਹੈ ਵੀ ਭੋਗੈ ਬਿਨ ਭਾਗੈ ਨਹੀਂ, ਕਰਮ ਗਤੀ ਬਲਵਾਨ। ਭੋਗਣ ਤੋਂ ਬਿਨਾਂ ਭੱਜਿਆ ਨਹੀਂ ਜਾ ਸਕਦਾ। ਜੋ ਤੂੰ ਕਰਮ ਬੀਜਿਆ ਨਾ, ਉਹ ਵੱਢਣਾ ਪਏਗਾ। ਚੰਦੂ ਨੇ ਕਰਮ ਬੀਜਿਆ, ਸ਼ਹੀਦ ਕਰਾਉਣ ਦਾ ਕਹਿੰਦੇ ਉਹ ਕਰਮ ਉਹਨੂੰ ਵੱਢਣਾ ਪਿਆ। ਉਹਦੀ ਵੀ ਹਾਲਤ ਤੜਫ ਤੜਫ ਕੇ ਮੌਤ ਹੋਈ। ਉਹੀ ਕੜਛਾ, ਜਲਾਦ ਨੇ ਉਹੀ ਕੜਛਾ ਉਹਦੇ ਸਿਰ ਦੇ ਵਿੱਚ ਮਾਰਿਆ ਸੀ ਚੰਦੂ ਦੇ, ਜਿਹਦਾ ਲਾਹੌਰ ਦੀਆਂ ਗਲੀਆਂ ਵਿੱਚ ਫੇਰਨਾ ਕੀਤਾ। ਕਰਮ ਜਿਹੜਾ ਬੰਦਾ ਕਰਦਾ ਨਾ, ਉਹ ਵੱਢਣਾ ਪੈਂਦਾ। KPS ਗਿੱਲ ਜਿਹੜਾ ਹੈ, ਅੱਜ ਉਹਦੀ ਹਾਲਾਤ ਉਹ ਵੇਖਣਾ ਕੀਤੇ। ਭਾਵ ਰੱਬ ਸਮਾਂ ਸਭ ਤੇ ਆਉਂਦਾ। ਇਸ ਕਰਕੇ ਬੰਦੇ ਨੂੰ ਇਹ ਨਹੀਂ ਸਮਝਣਾ ਚਾਹੀਦਾ, ਸੋਚਣਾ ਚਾਹੀਦਾ ਵੀ ਮੇਰੇ ਤੇ ਸਮਾਂ ਨਹੀਂ ਆਏਗਾ, ਵੀ ਅੱਜ ਮੈਂ ਕਿਸੇ ਨਾਲ ਬੁਰਾ ਕਰਦਾ ਪਿਆ। ਉਹਦੀ ਅੱਜ ਹਾਲਤ ਇਹ ਹੈ, ਪੁੱਤਰ ਦੀ ਲਾਸ਼ ਨਦੀ ਦੇ ਕੰਢਿਓਂ ਮਿਲੀ ਤੇ ਕਹਿਣ ਲੱਗੇ ਆਪ ਵੀ ਕੈਂਸਰ ਤੇ ਘਰ ਵਾਲੀ ਵੀ ਕੈਂਸਰ ਦੇ ਨਾਲ ਮੌਤ ਹੋਈ। ਇੰਨਾ ਦੁਖੀ ਤੜਫਦਾ ਪਿਆ, ਪਲ ਪਲ ਜ਼ਿੰਦਗੀ ਦੀ ਦੁਆ ਮੰਗਦਾ ਪਿਆ ਹੈ, ਜਿਨੇ ਨਿਰਦੋਸ਼ੇ ਸਿੱਖਾਂ ਨੂੰ ਮਾਰਨਾ ਕੀਤਾ, ਝੂਠੇ ਕੇਸਾਂ ਵਿੱਚ ਫਸਾਉਣਾ ਕੀਤਾ। ਉਹਦੀ ਹਾਲਤ ਅੱਜ ਕੀ ਹੈ? ਮਾਰੇ ਕਹਿੰਦੇ ਜਿਹੜਾ ਬੰਦਾ ਆਪਣੀ ਜ਼ਿੰਦਗੀ ਵਿੱਚ ਵੀ ਇੱਕ ਐਸੇ ਵੀ ਜਿਨ੍ਹਾਂ ਨੇ ਮਾੜੇ ਕਰਮ ਕੀਤੇ ਨਾ, ਉਹਨਾਂ ਦਾ ਅੰਤ ਬੜਾ ਬੁਰਾ ਹੋਇਆ। ਤੇ ਐਸਾ ਬੁਰਾ ਹੋਇਆ ਵੀ ਕੀੜੇ ਵੀ ਉਹਨਾਂ ਦੇ ਪੈਣਾ ਕੀਤੇ ਗਏ, ਜਿਨ੍ਹਾਂ ਨੇ ਬੜਾ ਬੁਰਾ ਕੀਤਾ ਸਲੂਕ। ਇਸ ਲਈ ਗੁਰੂ ਸਾਹਿਬ ਜੀ ਕਹਿੰਦੇ ਜਿਹਦੇ ਕਰਮ ਕਰਦਾ ਹੈ ਨਾ, ਕਰਮ ਤੂੰ ਸੋਚ ਸਮਝ ਕੇ ਕਰੀਏ, ਨਾ ਹੋਵੇ ਵੀ ਕਿਸੇ ਦਾ ਬੁਰਾ ਕਰ ਰਿਹਾ ਹੈ। ਮਾਰੇ ਕਹਿੰਦੇ ਕੱਲ ਨੂੰ ਤੈਨੂੰ ਵੀ ਵੱਢਣਾ ਪਏਗਾ। ਬਾਬਾ ਜੀ ਕਹਿੰਦੇ ਨੇ, ਬਾਬਾ ਫਰੀਦ ਫਰੀਦਾ ਲੋੜੈ ਦਾਖ ਵਜੋਰੀਆਂ, ਕਿੱਕਰ ਬੀਜੈ ਜੱਟ ਹੰਢੈ ਉਨ ਕਤਾਏ ਦਾ, ਪੈਂਦਾ ਲੋੜੈ ਪੱਟ। ਕਹਿੰਦੇ ਕਿੱਕਰਾਂ ਦੇ ਬੀਜ ਬੀਜ ਕੇ ਬਜੋਰ ਦੀਆਂ ਦਾਖਾਂ ਨਹੀਂ ਪ੍ਰਾਪਤ ਹੋਣ ਵਾਲੀਆਂ, ਕਿੱਕਰ ਹੀ ਕੰਡੇ ਹੀ ਪ੍ਰਾਪਤ ਹੋਣਗੇ। ਜੇ ਅੱਜ ਕੰਡੇ ਬੀਜ ਰਿਹਾ ਤੇ ਕੱਲ ਨੂੰ ਉਹ ਕੰਡੇ ਤੈਨੂੰ ਪ੍ਰਾਪਤ ਹੋਣਗੇ। ਸਤਿਗੁਰੂ ਜੀ ਕਹਿੰਦੇ ਜੈਸਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਜਿਹੋ ਜਿਹਾ ਬੀਜ ਬੀਜਦਾ
ਭਗਤ ਤਰਲੋਚਨ ਜੀ ਕਹਿੰਦੇ ਨਾਰਾਇਣ ਨਿੰਦਸ ਕਾਏ ਭੂਲੀ ਗਵਾਰੀ, ਦੁਕ੍ਰਿਤ ਸੁਕ੍ਰਿਤ ਥਾਰੋ ਕਰਮਰੀ। ਦੁਕ੍ਰਿਤ ਕਹਿੰਦੇ ਮਾੜੇ, ਸੁਕ੍ਰਿਤ ਕਹਿੰਦੇ ਚੰਗੇ। ਰੱਬ ਨੂੰ ਕਹਿੰਦੇ ਦੋਸ਼ ਨਾ ਦੇ, ਚੰਗੇ ਤੇ ਮਾੜੇ ਕਰਮ ਤੇਰੇ ਬੀਜੇ ਹੋਏ ਨੇ। ਇਹ ਪਤਾ ਨਹੀਂ ਅੱਜ ਬੀਜੇ ਨੇ, ਪਤਾ ਨਹੀਂ ਪਿੱਛੇ ਬੀਜ ਆਇਆ ਹੈ, ਇਹ ਤੈਨੂੰ ਭੋਗਣੇ ਪੈਣਗੇ। ਦੁਕ੍ਰਿਤ ਸੁਕ੍ਰਿਤ ਥਾਰੋ ਕਰਮਰੀ। ਭਗਤ ਜੀ ਦਾ ਬਚਨ ਆਪਾਂ ਪੜ੍ਹਦੇ ਹਾਂ, ਉਹਨਾਂ ਨੇ ਕਹਿਣ ਲੱਗੇ ਉਹ ਸਭ ਕੁਝ ਹੀ ਜਿਹੜਾ ਹੈ ਭੋਗਣਾ ਪਏਗਾ ਜੋ ਕਰਮ ਕਰਦਾ ਹੈ, ਪਰ ਇੱਕ ਕਰਮ ਮੇਟ ਸਕਦਾ ਹੈ, ਉਹ ਪ੍ਰਮਾਤਮਾ ਦਾ ਨਾਮ ਹੈ, ਉਹਦੀ ਬੰਦਗੀ। ਸਾਹਿਬ ਜੀ ਕਹਿੰਦੇ ਜਿਹਾ ਬੀਜੈ ਸੋ ਲੁਣੈ, ਮੱਥੇ ਜੋ ਲਿਖਿਆ। ਸਾਹਿਬ ਗੁਰੂ ਪਾਤਸ਼ਾਹ ਜੀ ਕਹਿੰਦੇ ਕੌਣ ਕੋ ਕਲੰਕ ਰਹਿਓ, ਰਾਮ ਨਾਮ ਲੇਤ ਹੀ ਕਰਮ ਮਿਟ ਜਾਣਗੇ। ਮਾਰੇ ਕਹਿੰਦੇ ਜੇ ਉਸ ਪ੍ਰਮਾਤਮਾ ਦੇ ਨਾਮ ਨਾਲ ਜੁੜ ਗਿਆ, ਅੱਤ ਦੇ ਕੀਤੇ ਹੋਏ ਪਾਪ ਕਰਮ ਵੀ ਮਿਟ ਜਾਣਗੇ। ਪਰ ਜੇ ਉਹਦੇ ਨਾਲ ਜੁੜੇਗਾ, ਕੌਣ ਕੋ ਕਲੰਕ ਰਹਿਓ ਰਾਮ ਨਾਮ ਲੇਤ ਹੀ, ਪਤਿਤ ਪਵਿੱਤ ਪਏ ਰਾਮ ਕਹਿਤ ਹੀ। ਸਤਿਗੁਰੂ ਜੀ ਕਹਿੰਦੇ ਮਾਰੇ ਕਹਿੰਦੇ ਉਹਨਾਂ ਦੀ ਹਾਲਤ ਇਸ ਤਰ੍ਹਾਂ ਦੀ ਹੋ ਜਾਂਦੀ ਹੈ। ਭਾਵ ਇਸ ਕਰਕੇ ਬੀਜ ਸਹੀ ਬੀਜੀ, ਇਹ ਨਾ ਹੋਵੇ ਬੀਜ ਮਾੜਾ ਪਾ ਦੇ। ਜੇ ਕਿਤੇ ਫਸਲ ਨਾ ਹੋਵੇ ਨਾ, ਫਿਰ ਪੁੱਛਦੇ ਨੇ ਵੀ ਬੀਜ ਕਿਹੜੀ ਕੁਆਲਿਟੀ ਦਾ ਪਾਇਆ, ਬੀਜ ਮਾੜਾ ਪਾ ਦਿੱਤਾ। ਇਸ ਲਈ ਸਤਿਗੁਰੂ ਜੀ ਕਹਿੰਦੇ ਬੀਜ ਚੰਗਾ ਹੋਵੇ ਤੇ ਫਸਲ ਵੀ ਚੰਗੀ ਹੁੰਦੀ ਹੈ। ਮਾਰੇ ਕਹਿੰਦੇ ਰਹਿਣ ਵਿਹਾਣੀ ਪਛਤਾਣੀ, ਉੱਠ ਚੱਲੀ ਗਈ ਨਿਰਾਸ। ਰਹਿਣ ਵਿਹਾਣੀ, ਰਹਿਣ ਵਿਹਾਣੀ ਵੀ ਬਤੀਤ ਹੋ ਗਈ। ਰਹਿਣ ਤੋਂ ਇੱਥੇ ਭਾਵ ਹੈ ਜੀਵਨ ਰੂਪੀ ਰਹਿਣ, ਇਹ ਆਰਜਾ ਰੂਪੀ ਰਹਿਣ ਜਿਹੜੀ ਹੈ ਨਾ, ਜਦੋਂ ਮਾਰੇ ਕਹਿੰਦੇ ਬਤੀਤ ਹੁੰਦੀ ਹੈ। ਉੱਠ ਚੱਲੀ ਗਈ ਨਿਰਾਸ, ਉਦੋਂ ਬੰਦਾ ਪਛਤਾਉਂਦਾ ਹੈ ਵੀ ਮੈਂ ਤਾਂ ਐਵੇਂ ਖੁਆਰ ਹੁੰਦਾ ਰਿਹਾ, ਮੇਰੀ ਤਾਂ ਉਮਰ ਹੀ ਲੰਘ ਗਈ, ਉਮਰ ਹੀ ਬਤੀਤ ਹੋ ਗਈ, ਮੈਂ ਤਾਂ ਐਵੇਂ ਨਿੰਦਿਆ ਵਿੱਚ ਵਿਕਾਰਾਂ ਵਿੱਚ ਲੱਗ ਕੇ ਆਪਣੀ ਉਮਰ ਬਤੀਤ ਕਰ ਦਿੱਤੀ। ਫਿਰ ਪਛਤਾਉਂਦਾ ਹੈ। ਗੁਰੂ ਸਾਹਿਬ ਜੀ ਕਹਿੰਦੇ ਪਛਤਾਵਾ ਪੱਲੇ ਪੈਂਦਾ ਹੈ ਫਿਰ, ਕਿਉਂਕਿ ਆਪਣੇ ਪਤੀ ਪਰਮਾਤਮਾ ਨੂੰ ਜਾਣਿਆ ਨਹੀਂ, ਉਹਦੇ ਨਾਲ ਸਾਂਝ ਨਹੀਂ ਪਾਈ। ਸਤਿਗੁਰੂ ਜੀ ਕਹਿੰਦੇ ਇਸੇ ਤਰ੍ਹਾਂ ਜਿਨ੍ਹਾਂ ਨੇ ਸਾਂਝ ਨਹੀਂ ਪਾਈ, ਜਦੋਂ ਰਾਤ ਬਤੀਤ ਹੋ ਗਈ, ਲਾਹਾ ਨਹੀਂ ਖੱਟਿਆ, ਫਿਰ ਇਹ ਜੀਵਨ ਰੂਪੀ ਰਾਤ ਲੰਘ ਗਈ। ਉਦੋਂ ਫਿਰ ਪਛਤਾਉਂਦਾ ਕਰ ਔਗਣ ਪਛੋਤਾਵਣਾ। ਸਾਹਿਬ ਜੀ ਕਹਿੰਦੇ ਚਲੇ ਜਵਾਰੀ ਦੋਏ ਹੱਥ ਝਾਰ। ਜਦੋਂ ਜਵਾਰੀ ਹਾਰ ਜਾਂਦੇ ਨੇ ਸਾਰਾ ਕੁਝ, ਫਿਰ ਹੱਥ ਝਾੜ ਕੇ ਰੋਂਦੇ ਹੋਏ ਪਛਤਾਉਂਦੇ ਹੋਏ ਜਾਂਦੇ ਹਨ। ਮਾਰੇ ਕਹਿੰਦੇ ਜਿਨ ਕੋ ਸਾਧੂ ਭੇਟੀਐ, ਸੋ ਦਰਗਹਿ ਹੋਏ ਖਲਾਸ। ਜਿਨ੍ਹਾਂ ਨੂੰ ਸਤਿਗੁਰੂ ਸਾਧੂ ਸੰਤ ਜਨ, ਸਾਧਨਾ ਵਾਲੇ, ਕਮਾਈ ਵਾਲੇ, ਗੁਰੂ ਦੀ ਸੰਗਤ ਜਿਨ੍ਹਾਂ ਨੂੰ ਪ੍ਰਾਪਤ ਹੋ ਗਈ ਹੈ, ਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਦਰਗਾਹ ਦੇ ਵਿੱਚ ਖਲਾਸ, ਖਾਲਸ, ਸ਼ੁੱਧ, ਸਾਫ, ਮੰਨੇ ਪਰਮੰਨੇ, ਆਦਰਯੋਗ, ਨਾਮ ਧਿਆਇਨ ਸਾਜਨਾ, ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵੈ, ਕੀਤੋ ਭਵਨ ਪਨੀਤ। ਪਵਿੱਤਰ ਹਨ, ਉਹ ਆਦਰਯੋਗ ਹਨ। ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਉਹਦੇ ਅੱਗੇ ਅਰਦਾਸ ਕਰਨੀ ਹੈ, ਮਾਲਕ ਕਿਰਪਾ ਕਰੋ, ਆਪਣੀ ਕਿਰਪਾ ਦੀ ਰਹਿਮਤ ਬਖਸ਼ਿਸ਼ ਕਰਨਾ ਕਰੋ, ਮੇਰੇ ਅੰਦਰ ਤੇਰੇ ਦਰਸ਼ਨਾਂ ਦੀ ਪਿਆਸ ਪੈਦਾ ਹੋਈ ਹੈ, ਦਰਸ਼ਨ ਬਖਸ਼ਣਾ ਕਰ।
ਤੇ ਜਿਨ੍ਹਾਂ ਅੰਦਰ ਦਰਸ਼ਨਾਂ ਦੀ ਪਿਆਸ ਪੈਦਾ ਹੋ ਗਈ ਨਾ, ਉਹ ਮਾਰੇ ਕਹਿੰਦੇ ਇੱਕ ਨੂੰ ਮੰਗਦੇ ਹਨ, ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋ ਅਨਦਿਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਦਰਸ਼ਨਾਂ ਦੀ ਪਿਆਸ ਪੈਦਾ ਹੋ ਜਾਵੇ, ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਜਿਹਦੇ ਅੰਦਰ ਇੱਕ ਦਰਸ਼ਨਾਂ ਦੀ ਪਿਆਸ ਪੈਦਾ ਹੋਈ ਹੈ, ਉਹਦੇ ਅੰਦਰ ਕੋਈ ਦੂਸਰਾ ਨਹੀਂ ਆਉਂਦਾ। ਜਿਵੇਂ ਭਗਤ ਜੀ ਕਹਿੰਦੇ, ਪੰਥ ਨਿਹਾਰੈ ਕਾਮਨੀ, ਲੋਚਨ ਭਰੀ ਲੈ ਉਸਾਸਾ, ਪੁਰ ਨਾ ਭੀਜੈ ਪਗ ਨਾ ਖੀਸੈ, ਹਰ ਦਰਸ਼ਨ ਕੀ ਆਸਾ। ਉਹਦੇ ਅੰਦਰ ਇੱਕ ਹਰੀ ਦੀ ਦਰਸ਼ਨਾਂ ਦੀ ਆਸ ਹੈ, ਹੋਰ ਕੋਈ ਵੀ ਆਸ ਨਹੀਂ। ਮਾਰੇ ਕਹਿੰਦੇ ਇੱਕ ਦੀ ਆਸ ਰਹਿ ਗਈ, ਤੇ ਸਤਿਗੁਰੂ ਜੀ ਕਹਿੰਦੇ ਇੱਕ ਅਰਦਾਸ ਉਹਦੇ ਅੰਦਰੋਂ ਪੈਦਾ ਹੁੰਦੀ ਹੈ, ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਆਸਾੜ ਸੁਹੰਦਾ ਤਿਸ ਲਗੈ, ਆਸਾੜ ਹਾੜ ਦਾ ਮਹੀਨਾ, ਸੁਹੰਦਾ ਸੁਹਾਵਾ, ਸਤਿਗੁਰੂ ਜੀ ਕਹਿੰਦੇ ਉਹਨਾਂ ਨੂੰ ਲੱਗਦਾ ਹੈ। ਬਾਕੀਆਂ ਲਈ ਤਾਂ ਤਪਸ਼ ਭਰਿਆ ਹੈ, ਗਰਮੀ ਭਰਿਆ ਹੈ, ਪਰ ਸਫਲਾ ਕਿਹਨਾਂ ਲਈ ਹੈ, ਸੁਹਾਵਾ ਕਿਹਨਾਂ ਲਈ ਹੈ? ਉਹ ਆਸਾੜ ਸੁਹੰਦਾ ਤਿਸ ਲਗੈ, ਜਿਸ ਮਨ ਹਰ ਚਰਨ ਨਿਵਾਸ। ਜਿਹਦਾ ਮਨ ਹਰੀ ਦੇ ਚਰਨਾਂ ਵਿੱਚ ਜੁੜ ਗਿਆ ਹੈ, ਮਨ ਜਿਹਦਾ ਜੁੜ ਗਿਆ ਹੈ, ਮਾਰੇ ਕਹਿੰਦੇ ਉਹ ਹਾੜ ਦੇ ਮਹੀਨੇ ਦੇ ਵਿੱਚ ਵੀ ਠੰਡੇ ਹਨ, ਖੁਸ਼ ਹਨ, ਆਨੰਦ ਦੇ ਵਿੱਚ ਹਨ। ਜਿਵੇਂ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ, ਤੁਸੀਂ ਤਪਾ ਰਹੇ ਹੋ ਪਰ ਮੇਰਾ ਅੰਦਰ ਠੰਡਾ ਹੈ, ਰਹਿੰਦੇ ਗੁਰਦਰਿਆਓ ਵਿੱਚ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਮੀਨ ਕੁਲੀਨ ਏਤ ਨਿਰਵਾਣੀ। ਜਿਵੇਂ ਮੱਛੀ ਪਾਣੀ ਵਿੱਚ ਰਹਿੰਦੀ ਹੈ ਨਾ, ਆਨੰਦ ਦੇ ਵਿੱਚ, ਮੱਛੀ ਨੂੰ ਇਹ ਨਹੀਂ ਵੀ ਬਾਹਰ ਕਿੰਨੀ ਗਰਮੀ ਪੈ ਰਹੀ ਹੈ, ਕਿੰਨੀ ਤਪਸ਼ ਪੈ ਰਹੀ ਹੈ, ਉਹਨੂੰ ਸਿਰਫ ਪਾਣੀ ਤੱਕ ਹੈ। ਕਹਿੰਦੇ ਮੱਛੀ ਪਾਣੀ ਵਿੱਚ ਰਹਿ ਰਹੀ ਹੈ, ਆਨੰਦ ਦੇ ਵਿੱਚ। ਗੁਰੂ ਅਰਜਨ ਦੇਵ ਸਾਹਿਬ ਜੀ ਉਸ ਪਰਮਾਤਮਾ ਦੇ ਨਾਮ ਵਿੱਚ, ਆਨੰਦ ਦੇ ਵਿੱਚ ਟਿਕੇ ਹੋਏ ਨੇ। ਬਾਹਰੋਂ ਸਰੀਰ ਜਲ ਰਿਹਾ, ਸਰੀਰ ਨੂੰ ਕਹਿਣ ਲੱਗੇ ਚਮੜੀ ਨੂੰ, ਉਹ ਤੱਤੀ ਤਵੀ ਸਾੜਦੀ ਪਈ, ਤੱਤਾ ਰੇਤਾ ਸਾੜਦਾ ਪਿਆ ਹੈ, ਤੱਤਾ ਪਾਣੀ ਜਿਹੜਾ ਹੈ ਉਹ ਸਾੜਦਾ ਪਿਆ ਹੈ। ਪਰ ਮਾਰੇ ਗੁਰੂ ਸਾਹਿਬ ਜੀ ਉਸ ਨਾਮ ਵਿੱਚ, ਉਸ ਪਰਮਾਤਮਾ ਦੇ ਵਿੱਚ ਇੱਕਮਿਕ ਏਦਾਂ ਹਨ, ਰਹਿੰਦੇ ਗੁਰਦਰਿਆਓ ਵਿੱਚ, ਮੀਨ ਕੁਲੀਨ ਹੇਤ ਨਿਰਵਾਣੀ। ਗੁਰੂ ਸਾਹਿਬ ਜੀ ਕਹਿੰਦੇ ਜਿਵੇਂ ਮੱਛੀ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਵੇਂ ਮੱਛੀ ਪਾਣੀ ਵਿੱਚ ਰਹਿੰਦੀ ਹੈ। ਸੋ ਉਹ ਅਵਸਥਾ ਮਾਰੇ ਕਹਿੰਦੇ ਜਿਹੜੇ ਜੁੜ ਗਏ ਨੇ, ਉਹਨਾਂ ਲਈ ਬਾਹਰਲੀ ਤਪਸ਼ ਉਹਨਾਂ ਦਾ ਕੁਝ ਵਿਗਾੜ ਨਹੀਂ ਸਕਦੀ। ਉਹ ਆਨੰਦ ਵਿੱਚ ਹਨ, ਖੇੜੇ ਵਿੱਚ ਹਨ। ਸਤਿਗੁਰੂ ਜੀ ਕਿਰਪਾ ਰਹਿਮਤ ਬਖਸ਼ਿਸ਼ ਕਰਨ। ਇਸ ਅੱਜ ਦੀ ਇਸ ਮਹੀਨੇ ਦੁਆਰਾ, ਅਸਾੜ ਦੇ ਮਹੀਨੇ ਦੁਆਰਾ, ਅਸਾੜ ਤੋਂ ਭਾਵ ਹੈ ਹਾੜ, ਸਾੜ ਤੋਂ ਭਾਵ ਹੈ ਸੜਨ, ਤਪਸ਼। ਆ ਤੋਂ ਭਾਵ ਹੈ ਹਰ ਕਿਤੇ ਜਿਹੜੀ ਪੈ ਰਹੀ, ਹਰ ਕਿਤੋਂ ਤਪਸ਼ ਪੈਂਦੀ ਪਈ ਹੈ। ਗੁਰੂ ਸਾਹਿਬ ਜੀ ਕਹਿੰਦੇ ਤਪਸ਼ ਖਤਮ ਹੋ ਜਾਏਗੀ, ਜਿਹੜਾ ਉਸ ਪਰਿਪੂਰਨ ਪਰਮਾਤਮਾ ਦੇ ਨਾਲ ਜੁੜ ਜਾਏਗਾ। ਗੁਰੂ ਪਾਤਸ਼ਾਹ ਕਿਰਪਾ ਕਰਨ। ਹੁਣ ਅਰਦਾਸ ਤੋਂ ਬਾਅਦ ਹੁਕਮਨਾਮੇ, ਫਿਰ ਦਰਬਾਰ ਸਾਹਿਬ ਤੋਂ ਹਜ਼ੂਰੀ ਕੀਰਤਨੀਏ ਉਹ ਹਾਜ਼ਰੀ ਭਰਨਗੇ। ਭਾਈ ਦਵਿੰਦਰ ਸਿੰਘ ਜੀ, ਸੋ ਸਾਰੀ ਸੰਗਤ ਨੇ ਕੀਰਤਨ ਵਿੱਚ ਵੀ ਆਨੰਦ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ